ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਨਾਲ UBC ਦੇ ਪ੍ਰੋਫੈਸਰ ਸੁਖਵੰਤ ਹੁੰਡਲ ਜੀ ਨਾਲ ਹਨ। ਜੀ ਆਇਆਂ ਨੂੰ। ਧੰਨਵਾਦ। ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਥੋੜ੍ਹਾ ਦੱਸੋਗੇ? ਮੇਰਾ ਪਿਛੋਕੜ ਮੈਂ ਪੈਦਾ ਪੰਜਾਬ ਇੰਡੀਆ ਦੇ ਵਿੱਚ ਹੋਇਆ ਸੀ, ਪਰ ਕੈਨੇਡਾ 'ਚ ਆਏ ਨੂੰ ਮੈਨੂੰ 35 ਸਾਲ ਹੋ ਗਏ। ਸੋ ਮੈਂ ਆਪਣੀ ਜਿਹੜੀ ਜ਼ਿਆਦਾ ਪੜ੍ਹਾਈ ਆ ਉਹ ਇੱਥੇ ਕੀਤੀ ਆ, ਸਾਈਮਨ ਫਰੈਂਚ ਯੂਨੀਵਰਸਿਟੀ ਤੋਂ ਮਾਸਟਰਸ ਕਮਿਊਨੀਕੇਸ਼ਨ ਦੇ ਵਿੱਚ, ਅਤੇ ਸਾਰੀ ਜ਼ਿੰਦਗੀ ਕੈਨੇਡਾ 'ਚ ਹੀ ਰਿਹਾ ਪਿਛਲੇ 35 ਸਾਲ। ਅਤੇ ਤੁਸੀਂ ਆਪਣੇ ਇੰਡੀਆ ਦੇ ਸਫ਼ਰ ਬਾਰੇ ਕੁਝ ਦੱਸੋਗੇ? ਤੁਹਾਡੀ ਜ਼ਿੰਦਗੀ ਜਿਹੜਾ ਇੰਡੀਆ ਦਾ ਸੀਗਾ ਉਹ ਕਿੱਦਾਂ ਸੀਗਾ? ਇੰਡੀਆ ਦਾ ਸਫ਼ਰ, ਇੰਡੀਆ ਦੇ ਵਿੱਚ ਬਚਪਨ ਉੱਥੇ ਗੁਜ਼ਰਿਆ। ਕਿਹੜੇ ਤੁਹਾਡੇ ਸਾਲ ਹੁੰਦੇ ਆ ਪਹਿਲੇ ਜਿਹਦੇ ਵਿੱਚ ਤੁਸੀਂ ਕਲਚਰ ਬਾਰੇ, ਕੁਛ ਚੀਜ਼ ਆਪਣੀਆਂ ਕਦਰਾਂ ਕੀਮਤਾਂ ਬਾਰੇ ਜਾਣਦੇ ਹੋ, ਹੋਰ ਚੀਜ਼ਾਂ ਬਾਰੇ। ਉਹ ਇੰਡੀਆ ਦੇ ਵਿੱਚ ਰਹਿਣ ਕਰਕੇ ਲੈਂਗੁਏਜ ਅਤੇ ਤੁਸੀਂ ਉੱਥੇ ਸੀ, ਸੋ ਲੈਂਗੁਏਜ ਦੇ ਨਾਲ ਸਾਂਝ ਸੀਗੀ। ਸੋ ਇਸ ਕਿਸਮ ਬਾਕੀ ਬਚਪਨ ਮੇਰਾ ਇਹ ਪਿੰਡ ਦੇ ਵਿੱਚ ਵੀ ਗੁਜ਼ਰਿਆ। ਨਾਲ ਮੇਰੇ ਫਾਦਰ ਉਹ ਕੰਮ ਕਰਦੇ ਸੀ ਮਿਲਟਰੀ ਸਰਵਿਸ ਦੇ ਵਿੱਚ, ਅਤੇ ਸੋ ਮੈਂ ਥੋੜ੍ਹਾ ਬਹੁਤਾ ਸ਼ਹਿਰਾਂ ਦੇ ਵਿੱਚ ਵੀ, ਅਰਬਨ ਇੰਡੀਆ ਦੇ ਵੱਖ ਵੱਖਰੇ ਹਿੱਸਿਆਂ ਦੇ ਵਿੱਚ ਬਚਪਨ ਮੇਰਾ ਲੰਘਿਆ। ਸੋ ਉੱਥੋਂ ਮੈਂ ਆਪਣੀ ਗ੍ਰੇਡ 11 ਕਰਕੇ ਕੈਨੇਡਾ ਆਇਆ ਸੀਗਾ। ਸੋ ਉਸ ਵੇਲੇ ਮੇਰੀ ਉਮਰ 18 ਸਾਲ ਦੀ ਸੀ ਜਦੋਂ ਕੈਨੇਡਾ ਆਇਆ। ਅਤੇ ਇਕੱਲੇ ਆਏ ਸੀਗੇ ਕਿ ਪਰਿਵਾਰ? ਨਹੀਂ, ਮੈਂ ਆਪਣੇ ਸਾਰੇ ਪਰਿਵਾਰ, ਮੇਰੇ ਫਾਦਰ ਪਹਿਲਾਂ ਆ ਗਿਆ ਸੀ ਇੱਥੇ ਸਾਡੇ ਤੋਂ 3-4 ਸਾਲ ਪਹਿਲਾਂ, ਅਤੇ ਉਹਨਾਂ ਨੇ ਸਾਨੂੰ ਸਦਾ ਸਪੋਂਸਰ ਕਰਕੇ। ਸੋ ਅਸੀਂ ਪੂਰੀ ਫੈਮਿਲੀ ਆਏ ਸੀ, ਮੇਰੇ 2 ਭੈਣਾਂ, ਮਦਰ, ਮੈਂ। ਅਤੇ ਜਦੋਂ ਇੱਥੇ ਆਏ ਕਿੱਦਾਂ ਲੱਗਿਆ ਤੁਹਾਨੂੰ? ਫਰਕ ਕਿੱਦਾਂ ਦਾ ਲੱਗਿਆ ਜਦੋਂ ਕੈਨੇਡਾ ਆਏ ਇੰਡੀਆ ਨਾਲ? ਕੋਈ ਐਡਾ ਇੱਕ ਵੱਡੀ ਚੇਂਜ ਸੀਗੀ, ਕਿਉਂਕਿ ਉੱਥੇ ਤੁਸੀਂ ਪਿੰਡ ਦੇ ਵਿੱਚ ਰਹੇ ਸੀਗੇ, ਇੱਥੇ ਤੁਸੀਂ ਇੱਕ ਸ਼ਹਿਰੀ ਲਾਈਫ ਸੀਗੀ, ਅਤੇ ਉੱਥੇ ਤੁਸੀਂ ਇੱਕ ਸਟੂਡੈਂਟ ਦੇ ਤੌਰ 'ਤੇ ਅਸੀਂ ਇੱਥੇ ਆ ਕੇ ਉਹ ਆਪ ਕੰਮ ਕਰਨਾ ਸ਼ੁਰੂ ਕੀਤਾ, ਆਪਣੀ ਰੁਜ਼ਗਾਰ ਕਮਾਉਣਾ। ਪਰ ਉਸ ਵੇਲੇ ਕਿਉਂਕਿ ਇੱਥੋਂ ਦੀ ਕਮਿਊਨਿਟੀ ਦੇ ਵਿੱਚ ਈਵਨ ਜਿਹੜੇ ਲੋਕ MA ਪੜ੍ਹੇ ਸੀ, ਕੋਈ ਐਜੂਕੇਸ਼ਨ ਵੀ ਸੀ, ਉਹਨਾਂ ਦੇ ਲਈ ਵੀ ਜਿਹੜੀ ਐਜੂਕੇਸ਼ਨ ਹੈ ਇੱਥੇ ਦਾ ਸਿਸਟਮ ਉਸ ਵੇਲੇ ਰੈਕੋਗਨਾਈਜ਼ ਨਹੀਂ ਸੀ ਕਰਦਾ। ਸੋ ਉਹ ਵੀ ਇਹ ਸਮਝਦੇ ਹੁੰਦੇ ਸੀ ਵੀ ਮਜ਼ਦੂਰੀ ਕਰਨੀ ਆ। ਸੋ ਯੂ ਸਟਾਰਟ ਇਨ ਜਿੱਥੋਂ ਵੀ ਮਜ਼ਦੂਰੀ ਦਾ ਕੰਮ, ਮੈਨੂਅਲ ਲੇਬਰ ਦਾ, ਬੇਸ਼ੱਕ ਤੁਸੀਂ ਪੜ੍ਹੇ ਲਿਖੇ ਹੋ। ਸੋ ਮੈਂ ਤਾਂ ਹਾਈ ਸਕੂਲ 11 ਗ੍ਰੇਡ ਕਰਕੇ ਆਇਆ ਸੀ। ਸੋ ਇਸ ਕਿਸਮ ਦੀ ਕੋਈ ਐਕਸਪੈਕਟੇਸ਼ਨ ਨਹੀਂ ਸੀਗੀ ਵੀ ਇੱਥੇ ਤੁਸੀਂ ਪ੍ਰੋਫੈਸ਼ਨਲ ਜੋਬ ਕਰਨੀ ਆ। ਸੋ ਜਿਸ ਕਿਸਮ ਦੀ ਵੀ ਨੌਕਰੀ ਉਸ ਵੇਲੇ ਮਿਲ ਗਈ। ਉਸ ਵੇਲੇ ਜਿਹੜੀ ਪੰਜਾਬੀ ਕਮਿਊਨਿਟੀ ਸੀਗੀ ਕੈਨੇਡਾ ਦੀ, ਉਹਦੇ ਵਿੱਚ ਜ਼ਿਆਦਾ ਲੋਕ ਜਿਹੜੇ ਸੀਗੇ ਉਹ ਮਿੱਲਾਂ ਦੇ ਵਿੱਚ ਕੰਮ ਕਰਦੇ ਸੀਗੇ, ਲੰਬਰ ਮਿਲਸ, ਲੱਕੜ ਦੀਆਂ ਮਿੱਲਾਂ ਦੇ ਵਿੱਚ ਬਹੁਤ ਗਿਣਤੀ। ਸੋ ਮੈਂ ਵੀ ਹੌਲੀ ਹੌਲੀ ਮਿੱਲ ਦੇ ਵਿੱਚ ਕੰਮ ਕਰਨ ਲੱਗ ਪਿਆ। ਅਤੇ ਸੋ ਜਿਹੜੀ ਇਸ ਕਿਸਮ ਦੀ ਜ਼ਿੰਦਗੀ ਸੀ। ਬਾਕੀ ਅੱਜ ਦੇ ਮਾਹੌਲ ਦੇ ਨਾਲ ਉਸ ਵੇਲੇ ਜਿਹੜਾ ਰੇਸਿਜ਼ਮ ਕਾਫੀ ਸੀ। ਤੁਸੀਂ ਕਈ ਵਾਰੀ ਕੁਝ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ ਸੀਗੀਆਂ ਵੀ ਜੇ ਤੁਸੀਂ ਜਿਹੜੇ ਲੋਕ ਆਪਣੇ ਘਰ ਰਹਿ ਰਹੇ, ਕੋਈ ਸ਼ਾਮ ਨੂੰ ਰਾਤ ਨੂੰ ਤੁਹਾਡੇ ਸੁੱਤਿਆਂ ਬਹਿੰਦੇ ਤੁਹਾਡੇ ਘਰ ਦੇ ਉੱਤੇ ਆਂਡੇ ਮਾਰ ਕੇ ਸਿੱਟ ਗਿਆ, ਜਾਂ ਇਸ ਕਿਸਮ ਦੀਆਂ। ਸੋ ਇਹ ਰੇਸਿਜ਼ਮ ਕਾਫੀ ਸੀ। ਜਾਂ ਇਸ ਕਿਸਮ ਦੀਆਂ ਵੀ ਘਟਨਾਵਾਂ ਹੁੰਦੀਆਂ ਸੀ ਵੀ ਤੁਸੀਂ ਬਾਜ਼ਾਰ ਦੇ ਵਿੱਚ ਜਾਂ ਡਾਊਨਟਾਊਨ ਦੇ ਵਿੱਚ ਤੁਰੇ ਜਾਂਦੇ ਆ, ਕੋਈ ਤੁਹਾਨੂੰ ਆ ਕੇ ਗੋਰਾ ਗਾਲ ਕੱਢ ਜਾਵੇ। ਸੋ ਉਸ ਕਿਸਮ, ਪਰ ਉਹਦੇ ਨਾਲ ਦੀ ਨਾਲ ਜਿਹੜੀ ਇਹ ਵੀ ਸੀਗੀ ਵੀ ਕਮਿਊਨਿਟੀ ਦੇ ਵਿੱਚ ਉਸ ਰੇਸਿਜ਼ਮ ਦੇ ਖਿਲਾਫ ਬੜੀ ਇਕੱਠੇ ਹੋ ਕੇ ਉਹਨੂੰ ਕਾਊਂਟਰ ਕਰਨ ਦੇ ਲਈ ਕਾਫੀ ਸਟਰਗਲ ਚੱਲਦੀ ਸੀਗੀ। ਸੋ ਐਜ਼ ਏ ਯੰਗ ਪਰਸਨ ਅਤੇ ਮੈਂ ਵੀ ਉਹਦੇ ਵਿੱਚ ਇਨਵੋਲਵ ਸੀਗਾ, ਕਿਉਂਕਿ ਸੋ ਉਹਦੇ ਵਿੱਚ ਸ਼ਾਮਿਲ ਹੋਣਾ, ਜਿਹੜੇ ਦੂਸਰੇ ਲੋਕ ਸੀਗੇ, ਜਿਹੜੇ ਮੇਰੇ ਜਾਣ ਪਛਾਣ ਦੇ ਲੋਕ ਸੀਗੇ ਮੇਰੀ, ਉਹਦੇ 'ਚ ਇਨਵੋਲਵ ਸੀ। ਸੋ ਉਸ ਕਿਸਮ ਦੀ ਸਟਰਗਲ ਦੇ ਵਿੱਚ ਤੁਸੀਂ ਹਿੱਸਾ ਲੈਂਦੇ ਸੀ। ਸੋ ਇੱਕ ਕਿਸਮ ਦਾ ਜਿਹੜਾ ਕੈਨੇਡੀਅਨ ਵੰਡ ਦਾ ਪ੍ਰੋਸੈਸ ਸੀਗਾ, ਉਹ ਇਕੱਲਾ ਕੰਮ ਦੇ ਨਾਲ ਨਹੀਂ ਸੀ। ਉਹ ਇੱਥੋਂ ਦੀ ਜਿਹੜੀ ਪੋਲੀਟਿਕਸ, ਇੱਥੋਂ ਦੀ ਸਿਆਸਤ, ਇੱਥੋਂ ਦਾ ਜਿਹੜੀ ਸਟਰਗਲ ਹੁੰਦੀ ਆ, ਉਹਦੇ ਵਿੱਚ ਹਿੱਸਾ ਲੈਣਾ ਵੀ ਉਹ ਇੱਕ ਹਿੱਸਾ ਸੀ। ਅਤੇ ਤੁਸੀਂ ਇੱਥੇ ਫਿਰ ਆ ਕੇ 12ਵੀਂ ਵੀ ਕੀਤੀ? ਮੈਂ ਐਕਚੁਅਲੀ ਇੱਥੇ ਫਿਰ ਕੁਛ ਸਾਲ ਮੈਂ ਕੁਛ ਨਹੀਂ ਕੀਤਾ, ਮੈਂ ਨਾ ਪੜ੍ਹਿਆ। ਉਸ ਤੋਂ ਬਾਅਦ ਮੈਂ ਐਜ਼ ਏ ਮੈਚਿਓਰ ਸਟੂਡੈਂਟ ਫਸਟ ਈਅਰ ਯੂਨੀਵਰਸਿਟੀ ਜਾਣ ਲੱਗ ਪਿਆ। ਅਤੇ 3-4 ਸਾਲ ਬਾਅਦ 1980 ਐਕਚੁਅਲੀ 10 ਸਾਲ ਬਾਅਦ, ਪਹਿਲੇ 10 ਸਾਲ ਉਸ ਕਿਸਮ ਦਾ ਤੁਹਾਨੂੰ ਆਈਡੀਆ ਹੀ ਨਹੀਂ ਸੀ ਵੀ
ਤੁਸੀਂ ਯੂਨੀਵਰਸਿਟੀ ਵੀ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਕਿ ਜ਼ਿਆਦਾ ਲੋਕ ਜਿਹੜੇ ਸੀਗੇ ਕਮਿਊਨਿਟੀ ਦੇ ਉਹ ਕੰਮ ਕਰਦੇ ਸੀ ਅਤੇ ਕਮਿਊਨਿਟੀ ਦੇ ਵਿੱਚ ਇੱਕ ਭਾਵਨਾ ਵੀ ਇਹੋ ਜਿਹੀ ਸੀ ਕਿ ਉਹਨਾਂ ਨੂੰ ਲੱਗਦਾ ਸੀ ਵੀ ਤੁਸੀਂ ਕਿਉਂਕਿ ਉਹ ਪਹਿਲੀਆਂ ਜਿਹੜੀਆਂ ਇਸ ਕਿਸਮ ਦੀਆਂ ਘਟਨਾਵਾਂ ਸੀਗੀਆਂ ਵੀ ਜਿਹੜੇ ਸਭ ਤੋਂ ਵੀ ਪਹਿਲਾਂ ਕਾਫੀ ਪਹਿਲਾਂ ਆਏ ਸੀ ਲੋਕ ਉਹ ਕਈਆਂ ਨੇ ਇੱਥੇ ਇੱਕ ਦੋ ਬੰਦੇ ਤੁਰੇ ਫਿਰਦੇ ਹੁੰਦੇ ਸੀ ਜਿਨ੍ਹਾਂ ਨੇ ਇੱਥੇ MSc ਕੀਤੀ ਸੀ ਪਰ ਉਹਨਾਂ ਨੂੰ ਕੋਈ ਜੌਬ ਨਹੀਂ ਮਿਲੀ ਰੇਸਿਜ਼ਮ ਕਰਕੇ ਸੋ ਕਮਿਊਨਿਟੀ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਸੀ ਵੀ ਪੜ੍ਹ ਕੇ ਤੁਸੀਂ ਕੀ ਲੈਣਾ ਤੁਸੀਂ ਤੁਹਾਨੂੰ ਕੰਮ ਤਾਂ ਕੋਈ ਮਿਲਣਾ ਨਹੀਂ ਸੋ ਯੂ ਜਸਟ ਵਰਕ ਇਨ ਦਾ ਸਾਮਿਲ ਪੈਸੇ ਜੋੜੋ ਅਤੇ ਆਪਣਾ ਘਰ ਬਣਾਓ ਅਤੇ ਪਰਿਵਾਰ ਤੋਰੋ ਇਸ ਕਿਸਮ ਦੀ ਭਾਵਨਾ ਸੀਗੀ ਸੋ ਜਿਹਨੂੰ ਆਪਾਂ ਰੋਲ ਮਾਡਲ ਕਹਿੰਦੇ ਹਾਂ ਜੇ ਕਮਿਊਨਿਟੀ ਦੇ ਵਿੱਚ ਉਸ ਵੇਲੇ ਬਹੁਤ ਘੱਟ ਸੀਗੇ ਸੋ ਇਸ ਕਰਕੇ ਪਹਿਲੇ 10 ਸਾਲ ਮੈਂ ਤਕਰੀਬਨ ਕੋਈ ਏਡੀ ਖਾਸ ਨਹੀਂ ਪੜ੍ਹਾਈ ਕਰਨ ਦੀ ਸੋਚੀ ਇੰਗਲਿਸ਼ ਉੱਦਾਂ ਮੈਨੂੰ ਪੜ੍ਹਨ ਦਾ ਸ਼ੌਕ ਸੀ ਪਹਿਲਾਂ ਤੋਂ ਕਿਉਂਕਿ ਉੱਥੇ ਵੀ ਮੈਂ ਲਿਟਰੇਚਰ ਪੜ੍ਹਦਾ ਹੁੰਦਾ ਕਾਲਜ ਦੇ ਵਿੱਚ ਸੋ ਇਸ ਕਰਕੇ ਮੈਂ ਅੰਗਰੇਜ਼ੀ ਸਿੱਖਣ ਸ਼ਾਮ ਦੀ ਈਵਨਿੰਗ ਕਲਾਸਿਸ ਇਸ ਕਿਸਮ ਦੀਆਂ ਲੈ ਕੇ ਉਹ ਮੈਂ ਕਰਦਾ ਰਹਿੰਦਾ ਸੀ ਪਰ ਫਾਰਮਲੀ ਮੈਂ ਸ਼ੁਰੂ ਕੀਤੀ ਹੈ ਆਪਣੀ ਜਿਹੜੀ ਪੜ੍ਹਾਈ ਉਹ 8-9 ਸਾਲ ਬਾਅਦ ਤੇ ਤੁਹਾਡਾ ਆਪਣਾ ਕੋਈ ਪਰਸਨਲੀ ਮਤਲਬ ਰੇਸਿਜ਼ਮ ਦਾ ਕੋਈ ਐਕਸਪੀਰੀਅੰਸ ਹੋਇਆ ਸੀਗਾ ਨਿੱਕੇ ਮੋਟੇ ਜੇ ਤੁਸੀਂ ਕਿਤੇ ਪੱਬ 'ਚ ਗਏ ਆ ਵੀਰ ਪੀਣ ਉੱਥੇ ਇਸ ਕਿਸਮ ਦੇ ਇੱਕ ਦੋ ਵਾਰ ਘਟਨਾਵਾਂ ਇਸ ਕਿਸਮ ਦੀਆਂ ਹੋਈਆਂ ਜਿਹਦੇ ਵਿੱਚ ਤੁਹਾਨੂੰ ਕੋਈ ਗਾਲ ਕੱਢ ਕੇ ਤੁਸੀਂ ਜੇ ਤੁਸੀਂ ਇਕੱਲੇ ਆ ਤੁਸੀਂ ਚੁੱਪ ਕਰਕੇ ਆ ਗਏ ਜੇ ਤੁਸੀਂ ਇਕੱਠੇ ਆ ਤਾਂ ਤੁਸੀਂ ਵੀ ਮੋਹਰੇ ਉਹਨਾਂ ਨਾਲ ਲੜ ਪਏ ਸੋ ਇਸ ਕਿਸਮ ਦੀ ਇਨਵਾਇਰਮੈਂਟ ਸੀ ਅਤੇ ਤੁਹਾਡੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਵੀ ਕੁਝ ਸੇਮ ਸਾਹਮਣਾ ਕਰਨਾ ਪਿਆ ਕਿ ਉਹਨਾਂ ਦਾ ਵੱਖਰਾ ਸੀ ਮੇਰੇ ਫਾਦਰ ਕਰਕੇ ਪਹਿਲਾਂ ਦੇ ਆਏ ਸੀਗੇ 4-5 ਸਾਲ ਪਹਿਲਾਂ ਦੇ ਤਾਂ ਉਹਨਾਂ ਦੀ ਉਮਰ ਵੀ ਕਿਉਂਕਿ ਉਹ ਮੈਂ ਜਦੋਂ ਤੁਸੀਂ ਯੰਗ ਹੁੰਦੇ ਹੋ ਉਸ ਵੇਲੇ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਘੱਟ ਹਰਟ ਕਰਦੀਆਂ ਜਾਂ ਤੁਸੀਂ ਉਹਨਾਂ ਨਾਲ ਡੀਲ ਕਰ ਲੈਂਦੇ ਆ ਵੱਖਰੇ ਢੰਗ ਨਾਲ ਸੋ ਉਹ ਸੀਗੇ ਸਭ ਤੋਂ ਪਹਿਲਾਂ ਆਏ ਅਤੇ ਉਸ ਵੇਲੇ ਉਹਨਾਂ ਦੇ ਜਿਹੜੇ ਇਸ ਕਿਸਮ ਦੇ ਪਰਸਨਲ ਐਕਸਪੀਰੀਅੰਸ ਸੀਗੇ ਖਾਸ ਕਰਕੇ ਜਿਹੜਾ ਕੰਮ ਲੱਭਣ ਦਾ ਕਿ ਇੱਕ ਤਾਂ ਮੇਰੇ ਖਿਆਲ ਉਮਰ ਦਾ ਵੀ ਸੀ ਵੀ ਉਹ 40 ਤੋਂ ਉੱਤੇ ਸੀ ਅਤੇ ਕਿਸੇ ਨਵੀਂ ਥਾਂ 'ਤੇ ਕੰਮ ਲੱਭਣ ਜਾਣਾ ਜੇ ਉਸ ਕਿਸਮ ਕੈਨੇਡੀਅਨ ਕੋਈ ਐਕਸਪੀਰੀਅੰਸ ਨਹੀਂ ਹੋਣਾ ਅਤੇ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਵੀ ਸੀ ਪਰਿਵਾਰ ਨੂੰ ਪਾਲਣ ਦੀ ਤੁਸੀਂ 18-19 ਸਾਲ ਦੇ ਜੇ ਨਾ ਵੀ ਹੋਇਆ ਤੁਸੀਂ ਕਿਸੇ ਕੋਈ ਐਡੀ ਚੀਜ਼ ਲਈ ਰਿਸਪੋਂਸੀਬਲ ਨਹੀਂ ਗਏ ਤੁਸੀਂ ਆਪਣੇ ਲਈ ਐਜ਼ ਏ ਇੰਡੀਵਿਜੂਅਲ ਰਿਸਪੋਂਸੀਬਲ ਹੈਗੇ ਆ ਸੋ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਸੀ ਉਹ ਆਪਣੇ ਐਕਸਪੀਰੀਅੰਸ ਨੂੰ ਕਾਫੀ ਮਹਿਸੂਸ ਕਰਦੇ ਹੁੰਦੇ ਸੀਗੇ ਵੀ ਮੈਨੂੰ ਕਾਫੀ ਹਾਰਡਸ਼ਿਪ ਦਾ ਸਾਹਮਣਾ ਕਰਨਾ ਪਿਆ ਅਤੇ ਕੰਮਾਂ ਕਾਰਾਂ 'ਤੇ ਵੀ ਇਸ ਕਿਸਮ ਦਾ ਜਾਂ ਉਸ ਵੇਲੇ ਜਿਹੜੇ ਕਈ ਇਸ ਕਿਸਮ ਦੇ ਕੰਮ ਮਿਲਦੇ ਹੁੰਦੇ ਸੀ ਵੀ ਤੁਸੀਂ ਜਿਹੜੇ ਫਲਾਇਰ ਡਿਸਟਰੀਬਿਊਟ ਕਰਦੇ ਹੋ ਤੁਸੀਂ ਫਲਾਇਰ ਡਿਸਟਰੀਬਿਊਟ ਕਰਕੇ ਆਏ ਹੋ ਕਿਸੇ ਉਹਨਾਂ ਇਲਾਕਿਆਂ 'ਚ ਗਏ ਹੋ ਜਿੱਥੇ ਆਪਣੇ ਪੰਜਾਬੀ ਘੱਟ ਰਿਹਾ ਉੱਥੇ ਉਸ ਕਿਸਮ ਦਾ ਕੋਈ ਨਾ ਕੋਈ ਐਕਸਪੀਰੀਅੰਸ ਹੋ ਜਾਣਾ ਅਤੇ ਤੁਹਾਡਾ ਫਿਰ ਪੰਜਾਬੀ ਦੇ ਵਿੱਚ ਕਿੱਦਾਂ ਮਤਲਬ ਇੰਟਰਸਟ ਬਣਿਆ ਪੰਜਾਬੀ ਦੇ ਵਿੱਚ ਮੇਰਾ ਐਕਚੁਅਲੀ ਇੰਟਰਸਟ ਲਿਟਰੇਚਰ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਕਾਲਜ ਪੜ੍ਹਦੇ ਦਾ ਹੀ ਐਕਚੁਅਲੀ ਕਾਲਜ ਤੋਂ ਵੀ ਪਹਿਲਾਂ ਸਕੂਲ ਪੜ੍ਹਦੇ ਦਾ ਹੀ ਲਿਟਰੇਚਰ ਦੇ ਵਿੱਚ ਮੇਰਾ ਸਾਹਿਤ ਪੜ੍ਹਨ ਦਾ ਸ਼ੌਕ ਮੈਨੂੰ ਉੱਥੇ ਵੀ ਪੈ ਗਿਆ ਜਦੋਂ ਮੈਂ 7ਵੀਂ-8ਵੀਂ ਦੇ ਵਿੱਚ ਵੀ ਪੜ੍ਹਦਾ ਸੀ ਉਸ ਵੇਲੇ ਵੀ ਛੁੱਟੀਆਂ ਦੇ ਵਿੱਚ ਜੇ ਮੇਰੇ ਹੱਥ ਕਿਸੇ ਵੀ ਕਿਸਮ ਦੀ ਕਿਤਾਬ ਆ ਗਈ ਅਤੇ ਉਹ ਮੈਂ ਤਕਰੀਬਨ ਉਹ ਸਭ ਤੋਂ ਪਹਿਲਾਂ ਬਾਕੀ ਸਭ ਕੁਝ ਛੱਡ ਕੇ ਮੈਂ ਉਹ ਪੜ੍ਹਦਾ ਸੀ ਸੋ ਇਸ ਕਰਕੇ ਜਦੋਂ ਇੱਥੇ ਆਏ ਅਤੇ ਇੱਥੇ ਆ ਕੇ ਵੀ ਫਿਰ ਇੱਥੇ ਉਸ ਵੇਲੇ ਜਦੋਂ ਅਸੀਂ ਆਏ ਹਾਂ ਉਸ ਵੇਲੇ ਇੱਥੇ ਇੱਕ 1972 ਦੇ ਵਿੱਚ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਹੁੰਦੀ ਸੀ ਜਿੱਥੇ ਜਿਹੜੇ ਪੰਜਾਬੀ ਦੇ ਲੇਖਕ ਸੀਗੇ ਉਹ ਇਕੱਠੇ ਹੋ ਕੇ ਆਪਣੀਆਂ ਚੀਜ਼ਾਂ ਪੜ੍ਹਦੇ ਲਿਖਦੇ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਸੀ ਸੋ ਉਹਨਾਂ ਦੀ ਜਿਹੜੀ ਮੀਟਿੰਗ ਸੀਗੀ ਉਹ ਹੁੰਦੀ ਸੀ ਮਹੀਨੇ ਦੇ ਵਿੱਚ 2 ਵਾਰ ਅਤੇ ਮੈਂ ਫਿਰ ਇੱਥੇ ਆ ਕੇ ਕਿਉਂਕਿ ਮੇਰਾ ਕੁਛ ਮੈਂ ਉਹਨਾਂ ਨੂੰ ਜਿਹੜੇ ਉਹ ਮੇਰੇ ਤੋਂ ਸੀਨੀਅਰ ਸੀਗੇ ਰਾਈਟਰਸ ਉਹਨਾਂ ਦੀਆਂ ਮੈਂ ਲਿਖਤਾਂ ਪੜ੍ਹੀਆਂ ਸੀਗੀਆਂ ਇੰਡੀਆ ਦੇ ਵਿੱਚ ਅਤੇ ਸੋ ਮੇਰਾ ਦਿਲਚਸਪੀ ਇਹ ਹੋਈ ਵੀ ਉਹਨਾਂ ਨੂੰ ਮਿਲਣ ਦੀ ਉਹਨਾਂ ਨੂੰ ਸੋ ਫਿਰ ਉਹਨਾਂ ਮੀਟਿੰਗਾਂ ਦੇ ਵਿੱਚ ਜਾ ਕੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਲਿਟਰੇਚਰ ਪੜ੍ਹਨਾ ਵੀ ਹੌਲੀ ਹੌਲੀ ਫਿਰ ਪੜ੍ਹਦਿਆਂ ਦੇ ਉੱਤੇ ਥੋੜ੍ਹਾ ਬਹੁਤ ਆਪ ਲਿਖਣ ਵੀ ਲੱਗ ਪਏ ਸੋ ਅਤੇ ਤੁਹਾਡਾ ਫਿਰ ਵਿਆਹ ਤੁਸੀਂ ਆਪਣਾ ਇੱਥੇ ਹੀ ਕਰਾਇਆ ਕਿ ਇੰਡੀਆ ਜਾ ਕੇ ਨਹੀਂ ਮੈਂ ਵਿਆਹ ਫਿਰ ਵਾਪਸ 1975 ਦੇ ਵਿੱਚ ਆਇਆ ਸੀ ਅਤੇ 1980 ਦੇ ਵਿੱਚ ਵਾਪਸ ਇੰਡੀਆ ਜਾ ਕੇ ਵਿਆਹ ਕਰਾਇਆ ਸੀ ਅਤੇ ਤੁਹਾਡਾ ਫਿਰ ਜਦੋਂ ਤੁਸੀਂ ਇੱਥੇ ਫਿਰ ਪਹਿਲਾਂ ਤਾਂ ਤੁਸੀਂ ਇਕੱਲੇ ਸੀਗੇ ਕੋਈ ਕੰਮ ਦੀ ਇੰਨੀ ਕੋਈ ਚਿੰਤਾ ਨਹੀਂ ਹੁੰਦੀ ਹੋਣੀ ਪਰ ਜਦੋਂ ਤੁਸੀਂ ਵਿਆਹ ਕਰਾਇਆ ਫਿਰ ਤੁਹਾਡੇ ਉੱਪਰ ਕੋਈ ਜ਼ਿਆਦਾ ਇੱਕ ਰਿਸਪੋਂਸੀਬਿਲਿਟੀ ਵੀ ਆ ਗਈ ਸੀ
ਥੋੜ੍ਹੀ ਬਹੁਤੀ ਰਿਸਪੌਂਸਿਬਿਲਿਟੀ ਯੈਸ, ਉਹਦੇ ਨਾਲ ਉਹ ਜਿਹੜੀ ਉਹ ਪਹਿਲੀ ਆਜ਼ਾਦੀ ਸੀ ਜਿਹੜੀ ਫਰੀडम ਉਹ ਚਲੇ ਗਈ ਸੀ। ਅਤੇ ਪਰ ਨਾਲ ਦੀ ਨਾਲ ਇਹ ਸੀਗੀ ਵੀ ਅਸੀਂ ਦੋਨੇ ਜਣੇ, ਮੇਰੀ ਵਾਈਫ ਅਤੇ ਅਸੀਂ ਦੋਨੋਂ, ਮੇਰਾ ਇੱਕ ਜਦੋਂ ਆਮ ਤੌਰ ਦੇ ਉੱਤੇ ਲੋਕ ਵਿਆਹ ਕਰਾਉਣ ਜਾਂਦੇ ਤਾਂ ਕੋਈ ਆਪਣੇ ਕਿਉਂਕਿ ਜਿਸ ਕਿਸਮ ਦੇ ਆਪਾਂ ਅਰੇਂਜ ਮੈਰਿਜਸ ਦਾ ਸਿਚੁਏਸ਼ਨ ਹੈਗੇ ਹੁੰਦੇ ਆ, ਅਤੇ ਆਪਾਂ ਜਾ ਕੇ ਕਈ ਵਾਰੀ ਇੱਥੋਂ ਜਾ ਕੇ ਕੋਈ ਬਹੁਤੇ ਬੰਦਿਆਂ ਦੀ ਇਹ ਹੁੰਦੀ ਆ ਵੀ ਕੁੜੀ ਸੋਹਣੀ ਹੋਵੇ ਜਾਂ ਕੁੜੀ, ਮੇਰੀ ਇਹ ਸੀ ਵੀ ਮੈਨੂੰ ਕੋਈ ਉਸ ਕਿਸਮ ਦੀ ਕੁੜੀ ਚਾਹੀਦੀ ਹੈ ਜਿਹੜੀ ਮੇਰੇ ਨਾਲ ਬਰਾਬਰ ਆਪਣੀ ਜ਼ਿੰਮੇਵਾਰੀ ਉਹ ਚੁੱਕ ਸਕੇ ਅਤੇ ਮੈਂ ਆਪਣੀ ਜ਼ਿੰਮੇਵਾਰੀ ਚੁੱਕ ਸਕਦਾ, ਤਾਂ ਕਿ ਅਸੀਂ ਸਭ ਦੁਨੀਆਂ ਨੇ ਸੋ ਖੁਸ਼ਕਿਸਮਤੀ ਨਾਲ ਇਹ ਇਸ ਤਰ੍ਹਾਂ ਹੀ ਹੋਇਆ। ਅਤੇ ਉਹ ਅਸੀਂ ਦੋਨੇ ਜਾਣੇ ਇੱਕ ਦੂਜੇ ਨੂੰ, ਉਹ ਆਪਣਾ ਕੰਮ ਕਰਦੇ ਸੀ, ਮੈਂ ਆਪਣਾ ਕੰਮ ਕਰਦਾ ਸੀ, ਅਤੇ ਅਸੀਂ ਦੋਨੇ ਜਾਣੇ ਹੌਲੀ ਹੌਲੀ ਇੱਕ ਦੂਜੇ ਨੂੰ ਇਨਕਰੇਜ ਕਰਨ ਲੱਗ ਪਏ ਵੀ ਆਪਾਂ ਨੂੰ ਗਾਹਾਂ ਪੜ੍ਹਨਾ ਚਾਹੀਦਾ ਹੈ। ਸੋ ਮੈਂ ਵੀ ਇੱਥੇ ਆ ਕੇ ਪੜ੍ਹਾਈ ਕੀਤੀ, ਹੁਣ ਵੀ ਇੱਥੇ ਆ ਕੇ ਪੜ੍ਹਾਈ ਕੀਤੀ। ਸੋ ਐਡਾ ਸੋ ਵਿਆਹ ਤੋਂ ਬਾਅਦ ਵੀ ਪਹਿਲੇ ਚਾਰੇ 4-5 ਸਾਲ ਆ ਉਹ ਘਰਦਿਆਂ ਦੇ ਨਾਲ ਹੀ ਰਹੇ, ਆਪਣੇ ਫਾਦਰ ਹੋਣਾ ਦੇ ਨਾਲ। ਸੋ ਓਡੀ ਵੱਡੀ ਰਿਸਪੌਂਸੀਬਿਲਿਟੀ ਨਹੀਂ ਸੀ, ਇਹ ਤਾਂ ਜ਼ਰੂਰ ਸੀ ਵੀ ਵਿਆਹ ਕਰਾ ਕੇ ਤੁਹਾਡੇ ਨਾਲ ਇੱਕ ਸਾਥੀ ਜੁੜ ਜਾਂਦਾ, ਅਤੇ ਪਰ ਉਸ ਕਿਸਮ ਦੀ ਨਹੀਂ ਸੀ। ਅਤੇ ਸਾਡੀ ਜਿਹੜੀ ਦੂਜੀ ਖੁਸ਼ਕਿਸਮਤੀ ਕਹਿਣਾ ਚਾਹੀਦਾ, ਜਾਂ ਕੁਛ ਲੋਕ ਤੁਹਾਨੂੰ ਬਦਕਿਸਮਤੀ ਵੀ ਕਹਿਣਗੇ, ਪਰ ਸਾਡੇ ਬੱਚੇ ਨਹੀਂ ਹੋਏ, ਇਸ ਕਰਕੇ ਅਸੀਂ ਦੋਨੇ ਜਾਣੇ ਛੜਿਆ ਮੰਗੇ ਸਾਰੀ ਉਮਰ ਰਹੇ। ਸੋ ਉਹ ਇੱਕ ਲੈਵਲ 'ਤੇ ਅਸੀਂ ਤਾਂ ਉਹਨੂੰ ਚੰਗੀ ਗੱਲ ਸਮਝਦੇ ਹਾਂ, ਕੁਛ ਲੋਕ ਸ਼ਾਇਦ ਸਮਝਦੇ ਹੋ ਇਹਨਾਂ ਦੇ ਬੱਚੇ ਨਹੀਂ ਹੋਏ ਅਤੇ ਜਾਂ ਇਸ ਕਿਸਮ ਦੀ। ਸੋ ਉਹਦੇ ਵਿੱਚ ਫਿਰ ਅਸੀਂ ਜਿਵੇਂ ਇੱਕ ਦੂਜੇ ਨੂੰ ਸਪੋਰਟ ਕਰਦੇ ਰਹੇ ਅਤੇ ਇੱਕ ਦੂਜੇ ਨੂੰ ਅਗਾਂਹ ਤੁਰਦੇ ਰਹੇ। ਅਤੇ ਤੁਹਾਡਾ UBC ਦੇ ਵਿੱਚ ਆਉਣ ਦਾ ਐਜ਼ ਅ ਪ੍ਰੋਫੈਸਰ ਦਾ ਸਫ਼ਰ ਕਿੱਦਾਂ ਰਿਹਾ, ਤੁਸੀਂ ਪੜ੍ਹਾਈ ਕੀਤੀ? ਮੈਂ ਐਕਚੁਅਲੀ ਤਾਂ ਮੈਂ ਕਦੀ ਸੋਚਿਆ ਨਹੀਂ ਸੀ ਬਈ ਇਸ UBC ਦੇ ਵਿੱਚ ਜਾਂ ਈਵਨ ਪ੍ਰੋਫੈਸਰ ਬਣਨ ਦਾ। ਉਹ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਉਸ ਵੇਲੇ ਜਦੋਂ ਅਸੀਂ ਆਏ ਸੀਗੇ, ਉਸ ਵੇਲੇ ਕੋਈ ਕਿਉਂਕਿ ਰੋਲ ਮਾਡਲ ਬਹੁਤ ਘੱਟ ਸੀਗੇ, ਤੁਸੀਂ ਇਹ ਮਹਿਸੂਸ ਹੀ ਨਹੀਂ ਕਰ ਸਕਦੇ ਸੀਗੇ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾਓਗੇ। ਇੱਕ ਮੇਰੀ ਜਨਰੇਸ਼ਨ ਦੇ ਬਹੁਤ ਸਾਰੇ ਲੋਕਾਂ ਨੂੰ ਤਾਂ ਈਵਨ ਜਿਹੜੇ ਉੱਥੋਂ BA MA ਕਰਕੇ ਵੀ ਆਏ ਸੀ, ਉਹਨਾਂ ਦਾ ਇਹ ਨਹੀਂ ਸੀ ਵੀ ਉਹ ਆਪ ਇੱਥੇ ਯੂਨੀਵਰਸਿਟੀ 'ਚ ਪੜ੍ਹ ਸਕਣਗੇ। ਸੋ ਮੈਨੂੰ ਯਾਦ ਹੈ ਇੱਕ ਵਾਰੀ 1983 ਦੀ ਗੱਲ ਹੈ ਕਿ ਉਸ ਵੇਲੇ ਫੈਜ਼ ਅਹਿਮਦ ਫੈਜ਼ ਆਏ ਸੀ ਇੱਥੇ ਕੈਨੇਡਾ ਦੇ ਤਾਂ ਟੂਰ ਦੇ ਉੱਤੇ, ਜਿਹੜੇ ਉਰਦੂ ਦੇ ਬਹੁਤ ਵੱਡੇ ਸ਼ਾਇਰ ਨੇ ਪੰਜਾਬ ਦੇ ਜੰਪਲ ਉਹ ਜਦੋਂ ਆਇਆ ਸੀ ਉਹਨਾਂ ਨੂੰ ਦੇਖਣ, UBC ਏਸ਼ੀਅਨ ਸਟੱਡੀ ਡਿਪਾਰਟਮੈਂਟ ਨੇ ਉਹਨਾਂ ਨੂੰ ਸਪੋਂਸਰ ਕੀਤਾ ਸੀਗਾ, ਅਤੇ ਅਸੀਂ ਉਹਨਾਂ ਨੂੰ ਦੇਖਣ ਗਏ ਸੀਗੇ ਯੂਨੀਵਰਸਿਟੀ ਦੇ ਵਿੱਚ ਅਤੇ UBC ਦੇ ਵਿੱਚ। ਅਤੇ ਉਸ ਵੇਲੇ ਇਸ ਤਰ੍ਹਾਂ ਲੱਗਦਾ ਹੈ ਵੀ ਯੂਨੀਵਰਸਿਟੀ ਸ਼ਾਇਦ ਕੋਈ ਇੱਕ ਵੱਖਰੀ ਜਿਹੀ ਥਾਂ ਆ ਜਿੱਥੇ ਜਾ ਕੇ ਤੁਸੀਂ ਗੁਆਚ ਜਾਓਗੇ। ਅਤੇ ਉਸ ਵੇਲੇ ਕਦੀ ਇਹ ਨਹੀਂ ਸੀ ਇਮੈਜਿਨ ਕੀਤਾ ਵੀ ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਵਾਂਗੇ, ਪੜ੍ਹਾਉਣ ਆਉਣ ਦੀ ਤਾਂ ਬਾਅਦ ਦੀ ਗੱਲਬਾਤ ਹੈਗੀ ਆ। ਸੋ ਪਰ ਮੈਂ ਇੱਥੇ ਆਪਣੀ ਜਿਹੜੀ ਪੜ੍ਹਾਈ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਫਿਨਿਸ਼ ਕੀਤੀ, BA ਉੱਥੋਂ ਕੀਤੀ, MA ਵੀ ਉੱਥੋਂ ਕੀਤੀ, ਅਤੇ ਉਹ ਤੋਂ ਬਾਅਦ ਫਿਰ ਮੈਂ ਆਪਣੇ ਇੱਕ ਚੈਨਲ M ਉਸ ਵੇਲੇ ਨਵਾਂ ਟੈਲੀਵਿਜ਼ਨ ਸਟੇਸ਼ਨ ਸ਼ੁਰੂ ਹੋਇਆ ਸੀ, ਉਹਦੇ ਵਿੱਚ ਐਜ਼ ਏ ਪ੍ਰੋਡਿਊਸਰ ਕੰਮ ਕਰਨ ਲੱਗ ਪਿਆ। 3 ਸਾਲ ਉੱਥੇ ਕੀਤਾ, ਅਤੇ ਉਹ ਤੋਂ ਬਾਅਦ ਫਿਰ ਜਿਹੜੀ ਫਰੇਜ਼ਰ ਵੈਲੀ ਹੁਣ ਯੂਨੀਵਰਸਿਟੀ ਫਰੇਜ਼ਰ ਵੈਲੀ, ਉਸ ਵੇਲੇ ਫਰੇਜ਼ਰ ਵੈਲੀ ਕਾਲਜ ਹੁੰਦਾ ਸੀ ਐਵਰਸਪੋਰਟ ਦੇ ਵਿੱਚ, ਉੱਥੇ ਪੰਜਾਬੀ ਲਈ ਓਪਨਿੰਗ ਪੜ੍ਹਾਉਣ ਲਈ ਨਿਕਲੀ, ਤਾਂ ਉੱਥੇ ਮੈਂ ਪੜ੍ਹਾਉਣ ਲੱਗ ਪਿਆ। ਸੋ 2-3 ਸਾਲ ਉੱਥੇ ਪੜ੍ਹਾਇਆ, ਅਤੇ ਉਸ ਤੋਂ ਬਾਅਦ ਫਿਰ ਮੈਂ UBC ਆ ਗਿਆ। ਅਤੇ ਅਸੀਂ UBC ਮਤਲਬ ਅਸੀਂ ਵੀ ਪੰਜਾਬੀ ਦੇ ਸਟੂਡੈਂਟਸ ਹੈਗੇ, ਅਤੇ ਅਸੀਂ ਇੱਕ ਪ੍ਰੋਜੈਕਟ ਕਰ ਰਹੇ ਹਾਂ ਕੋਮਾਗਾਟਾ ਮਾਰੂ ਦੇ ਉੱਪਰ, ਜਿਹੜਾ ਕਿ 1914 ਦੇ ਵਿੱਚ ਵਾਪਰਿਆ ਸੀਗਾ। ਤੁਸੀਂ ਸਾਨੂੰ ਦੱਸਣਾ ਚਾਹੋਗੇ ਛੋਟੀ ਜਿਹੀ ਸਮਰੀ ਦੇ ਵਿੱਚ ਕਿ ਕੋਮਾਗਾਟਾ ਮਾਰੂ ਕੀ ਸੀਗਾ? ਬੇਸਿਕਲੀ ਤੇ ਕਿਉਂਕਿ ਜਿਸ ਵੇਲੇ ਆਪਣੇ ਪੰਜਾਬੀ ਜਾਂ ਹਿੰਦੁਸਤਾਨੀ ਲੋਕ ਕੈਨੇਡਾ ਆਉਣੇ ਸ਼ੁਰੂ ਹੋਏ, ਉਸ ਵੇਲੇ ਹੀ ਬਹੁਤ ਛੇਤੀ ਬਾਅਦ ਹੀ ਇੱਥੇ ਜਿਸ ਕਿਸਮ ਦਾ ਮਾਹੌਲ ਸੀਗਾ, ਉਹਨਾਂ ਨੇ ਸੋਚਿਆ ਵੀ ਅਸੀਂ ਇਹਨਾਂ ਦੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਣਾ, ਜਿਹੜੇ ਇੱਥੇ ਦੇ ਲੋਕ, ਇੱਥੇ ਦੇ ਪੋਲੀਟੀਸ਼ੀਅਨਸ, ਉਹ ਪਸੰਦ ਨਹੀਂ ਸੀ ਕਰਦੇ ਇੱਥੇ ਦੀ ਸਰਕਾਰ। ਸੋ ਉਹਨਾਂ ਨੇ 1907 ਦੇ ਵਿੱਚ ਇੱਕ ਕੰਟੀਨਿਊਸ ਜਰਨੀ ਦਾ ਕਾਨੂੰਨ ਬਣਾ ਕੇ ਇੱਕ ਕਿਸਮ ਦਾ ਵੀ ਜਿਹੜਾ ਵੀ ਉਹੀ ਬੰਦਾ ਕੈਨੇਡਾ ਆ ਸਕਦਾ ਜਿਹੜਾ ਆਪਣੇ ਜਿਸ ਦੇਸ਼ ਦੇ ਵਿੱਚੋਂ ਰਹਿੰਦਾ ਆ ਉੱਥੋਂ ਸਿੱਧਾ ਸਫ਼ਰ ਕਰਕੇ ਉਹ ਕੈਨੇਡਾ ਆਇਆ ਹੋਵੇ। ਅਤੇ ਪਰ ਉਸ ਵੇਲੇ ਸਿਰਫ ਇੱਕੋ ਹੀ ਜਿਹੜੀ ਕੰਪਨੀ ਸੀਗੀ, ਸ਼ਿਪਿੰਗ ਕੰਪਨੀ, ਜਿਹੜੀ ਉੱਥੋਂ ਲਿਆਉਂਦੀ ਸੀ ਹਿੰਦੁਸਤਾਨ ਤੋਂ ਸ਼ਿਪ ਕੈਨੇਡਾ ਨੂੰ। ਸੋ ਉਹ ਸਰਕਾਰ ਨੇ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਉਹ ਬੰਦ ਕਰਾ ਦਿੱਤੀ ਵੀ ਤੂੰ ਆ। ਸੋ ਇੱਕ ਲੈਵਲ 'ਤੇ ਕਾਨੂੰਨ ਬਣਾਤਾ ਕਿ ਸਿੱਧੇ ਇੱਥੇ ਆਓਗੇ, ਤਾਂ ਦੂਸਰੇ ਲੈਵਲ 'ਤੇ
ਵੀ ਉਹਨਾਂ ਨੂੰ ਹੀ ਇੱਥੇ ਉਤਰਨ ਦਿੱਤਾ ਜਾਊਗਾ ਜਿਹੜਾ ਬੰਦਾ ਆਪਣੇ ਦੇਸ਼ ਤੋਂ ਸਿੱਧਾ ਸਫ਼ਰ ਕਰਕੇ ਆਉਂਦਾ ਹੈ। ਪਰ ਨਾਲ ਹੀ ਨਾਲ ਕੋਈ ਜਿਹੜਾ ਸਫ਼ਰ ਪ੍ਰੋਵਾਈਡ ਕਰਦਾ ਸੀਗਾ ਜਿਹੜੀ ਕੰਪਨੀ, ਉਹਨਾਂ ਦੇ ਉੱਤੇ ਦਬਾਅ ਪਾ ਕੇ ਉਹਨੂੰ ਬੰਦ ਕਰਾ ਦਿੱਤਾ। ਸੋ ਉਹ ਜਿਹੜਾ ਕਾਨੂੰਨ ਸੀ ਉਹਨੂੰ ਚੈਲੰਜ ਕਰਨ ਦੇ ਲਈ 1914 ਦੇ ਵਿੱਚ ਗੁਰਦਿੱਤ ਸਿੰਘ ਹੁਣੀ ਉਹ ਹਾਂਗਕਾਂਗ ਤੋਂ ਚਾਰਟਰ ਕਰਕੇ ਕਾਮਾਗਾਟਾ ਮਾਰੂ ਜਹਾਜ਼ 1914 ਦੇ ਵਿੱਚ ਮਈ ਦੇ ਵਿੱਚ ਉਹ ਮਈ ਦੇ ਅਖੀਰ ਦੇ ਵਿੱਚ ਇੱਥੇ ਵੈਨਕੂਵਰ ਲੈ ਕੇ ਆਏ, ਜਿਹਦੇ ਵਿੱਚ 376 ਮੁਸਾਫਰ ਸੀ। ਸੋ ਉਹਨਾਂ ਨੂੰ ਫਿਰ ਇੱਥੇ ਦੀ ਸਰਕਾਰ ਨੇ ਉਤਰ ਨਹੀਂ ਦਿੱਤਾ, ਇੱਥੇ ਲੈਂਡ ਨਹੀਂ ਕਰਨ ਦਿੱਤਾ। ਉਹ ਤੋਂ ਜਿਹੜਾ ਜਹਾਜ਼ ਸੀ ਉਹ 2 ਮਹੀਨੇ ਪਾਣੀ ਦੇ ਵਿੱਚ ਖੜਾ ਰਿਹਾ ਅਤੇ 2 ਮਹੀਨਿਆਂ ਤੋਂ ਬਾਅਦ ਉਹ ਜਿਹੜਾ ਉਹਨੂੰ ਫੋਰਸਫੁਲੀ ਇੱਕ ਕਿਸਮ ਦਾ ਵਾਪਸ ਕਰ ਦਿੱਤਾ ਬਿਨਾਂ ਉਤਰਨ। ਸੋ ਉਹ ਕਾਮਾਗਾਟਾ ਮਾਰੂ ਦਾ ਜਿਹੜਾ ਇਹ ਮਕਸਦ ਸੀਗਾ ਵੀ ਉਸ ਇਮੀਗ੍ਰੇਸ਼ਨ ਕਾਨੂੰਨ ਨੂੰ ਚੈਲੰਜ ਕਰਨਾ, ਜੇ ਹਿੰਦੁਸਤਾਨੀ ਨੂੰ ਇੱਥੇ ਆਉਣ ਤੋਂ ਰੋਕਿਆ ਸੀ। ਪਰ ਮੇਰੇ ਖਿਆਲ ਨਾਲ ਬਹੁਤ ਹੀ ਵੱਡੀ ਜਦੋਜਹਿਦ ਕੀਤੀ ਹੋਏਗੀ ਕਿ ਕੈਨੇਡੀਅਨ ਸਰਕਾਰ ਨੇ, ਅਤੇ ਤੁਹਾਡੇ ਖਿਆਲ ਨਾਲ ਇਹ ਕੀ ਅਹਿਮੀਅਤ ਰੱਖਦਾ ਜਿਹੜਾ ਹਾਦਸਾ ਵਾਪਰਿਆ ਸੀਗਾ? ਇਹਦੀ ਅਹਿਮੀਅਤ ਜਿਹੜੀ ਕਾਫੀ ਵੱਡੀ ਇਸ ਕਰਕੇ ਉਸ ਵੇਲੇ ਵੀ ਕਾਫੀ ਵੱਡੀ ਸੀ, ਕਿਉਂਕਿ ਉਸ ਵੇਲੇ ਜਿਹੜਾ ਹਿੰਦੁਸਤਾਨ ਸੀ ਉਹ ਬ੍ਰਿਟਿਸ਼ ਇੰਪਾਇਰ ਦਾ ਹਿੱਸਾ ਸੀਗਾ। ਅਤੇ ਉਸ ਵੇਲੇ ਜਿਹੜਾ ਬ੍ਰਿਟਿਸ਼ ਇੰਪਾਇਰ ਜਿਹੜੇ ਉਹ ਇਹ ਕਹਿੰਦੇ ਵੀ ਜਿਹੜੀ ਸਾਡੀ ਜਿਹੜੀ ਸਬਜੈਕਟ ਸਾਡੇ ਜਿਹੜੇ ਪਰਜਾ ਆ ਉਹ ਸਾਰੇ ਦੁਨੀਆ ਦੀ ਇੱਕੋ ਜਿਹੀ ਹੈਗੀ ਆ। ਪਰ ਕਾਮਾਗਾਟਾ ਮਾਰੂ ਦੇ ਨਾਲ ਇੱਥੇ ਆਉਣ ਦੇ ਨਾਲ ਜਿਹੜੀ ਉਹਨਾਂ ਦੀ ਉਹ ਮਿੱਥ ਸੀ, ਜਿਹੜੇ ਉਹਨਾਂ ਨੇ ਇੱਕ ਭੁਲੇਖਾ ਖੜਾ ਕੀਤਾ ਸੀ, ਉਹਨੂੰ ਤੋੜਨ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਰਿਹਾ। ਅਤੇ ਉਸ ਵੇਲੇ ਜਿਹੜੀ ਇੱਥੇ ਆਪਣੀ ਕੈਨੇਡਾ ਦੇ ਵਿੱਚ ਜਿਹੜੀ ਕਮਿਊਨਿਟੀ ਸੀ, ਉਸ ਵੇਲੇ ਸ਼ਾਇਦ 5-6 ਹਜ਼ਾਰ ਲੋਕ ਹੋਣਗੇ, ਬਹੁਤ ਛੋਟੀ ਕਮਿਊਨਿਟੀ ਸੀ। ਉਹਨਾਂ ਨੇ ਵੀ ਇਸ ਜਿਸ ਤਰ੍ਹਾਂ ਸਰਕਾਰ ਨੇ ਆਪਣਾ ਪੂਰਾ ਜ਼ੋਰ ਲਾਇਆ ਕਾਮਾਗਾਟਾ ਮਾਰੂ ਨੂੰ ਰੋਕਣ ਲਈ, ਉਸੇ ਤਰ੍ਹਾਂ ਜਿਹੜੀ ਉਹ ਕਮਿਊਨਿਟੀ ਸੀਗੀ, ਜਿਹੜੇ ਇੱਥੇ ਲੋਕ ਸੀਗੇ ਵੈਨਕੂਵਰ ਦੇ ਪੰਜਾਬੀ ਜਾਂ ਹਿੰਦੁਸਤਾਨੀ ਲੋਕ ਸੀਗੇ, ਉਹਨਾਂ ਨੇ ਪੂਰਾ ਜ਼ੋਰ ਲਾਇਆ ਉਹਨੂੰ ਇੱਥੇ ਰੱਖਣ ਲਈ। ਵਕੀਲ ਕੀਤਾ, ਕਾਨੂੰਨੀ ਤੌਰ 'ਤੇ ਚੁਣੌਤੀ ਦਿੱਤੀ ਜਿਹੜੀ ਸਰਕਾਰ ਦੀ ਪੋਜੀਸ਼ਨ ਸੀਗੀ। ਸੋ ਪਰ ਜਦੋਂ ਉਹ ਵਾਪਸ ਕਰ ਦਿੱਤਾ ਗਿਆ, ਉਸ ਵੇਲੇ ਉਹਨਾਂ ਸਮਿਆਂ ਦੇ ਵਿੱਚ 1913 ਦੇ ਵਿੱਚ ਜਿਹੜੀ ਕੈਨੇਡਾ ਦੇ ਤਾਂ ਅਮਰੀਕਾ ਦੇ ਜਿਹੜਾ ਆਪਣਾ ਵੈਸਟ ਕੋਸਟ ਆ, ਇੱਥੋਂ ਇੱਕ ਗਦਰ ਲਹਿਰ ਸ਼ੁਰੂ ਹੋਈ ਸੀ। ਗਦਰ ਲਹਿਰ ਜਿਹੜੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਬਹੁਤ ਸਾਰੇ ਲੋਕ ਇੱਥੋਂ ਛੱਡ ਕੇ ਕੈਨੇਡਾ ਤੇ USA ਨੂੰ ਵਾਪਸ ਪੰਜਾਬ ਜਾਂ ਇੰਡੀਆ ਗਏ ਸੀ, ਤਾਂ ਕਿ ਉਹ ਇਹ ਮਨ ਦੇ ਵਿੱਚ ਭਾਵਨਾ ਲੈ ਕੇ ਕਿ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਾਵਾਂਗੇ। ਸੋ ਉਹ ਜਿਹੜੀ ਕਾਮਾਗਾਟਾ ਮਾਰੂ ਦੀ ਘਟਨਾ ਸੀਗੀ, ਉਹ ਆਪਣੇ ਆਪ ਦੇ ਵਿੱਚ ਇਹਨੂੰ ਉਹ ਜਿਹੜੀ ਲਹਿਰ ਸੀ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਹਿੱਸਾ ਪਾਇਆ, ਕਿਉਂਕਿ ਉਹ ਜਿਹੜੇ ਗਦਰੀ ਸੀਗੇ ਉਹ ਇਸ ਆਧਾਰ ਨੂੰ ਦੇ ਕੇ ਬੜੀ ਸਪਸ਼ਟਤਾ ਦੇ ਨਾਲ ਲੋਕਾਂ ਨੂੰ ਇਹ ਗੱਲ ਸਮਝਾਉਂਦੇ ਸੀ ਵੀ ਜੇ ਅਸੀਂ ਆਜ਼ਾਦ ਹੁੰਦੇ ਤਾਂ ਸਾਡੇ ਨਾਲ ਇਸ ਤਰ੍ਹਾਂ ਨਹੀਂ ਸੀ ਹੋਣਾ, ਜੇ ਹਿੰਦੁਸਤਾਨ ਆਜ਼ਾਦ ਹੁੰਦਾ ਤਾਂ ਸਾਡੇ ਨਾਲ ਵੈਨਕੂਵਰ ਦੇ ਵਿੱਚ ਇਸ ਕਿਸਮ ਦਾ ਵਰਤਾਅ ਨਹੀਂ ਸੀ ਹੋਣਾ। ਸੋ ਇੱਕ ਤਾਂ ਉਸ ਪੁਆਇੰਟ ਤੋਂ ਜਿਹੜੀ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਦੀ ਪੁਆਇੰਟ ਤੋਂ ਇਹ ਕਾਮਾਗਾਟਾ ਮਾਰੂ ਦੀ ਮਹੱਤਤਾ ਹੈਗੀ। ਦੂਸਰੀ ਮਹੱਤਤਾ ਜਿਹੜੀ ਹੈਗੀ ਆ, ਜਿਹੜੇ ਪੰਜਾਬੀ ਜਾਂ ਹਿੰਦੁਸਤਾਨੀ ਜਾਂ ਸਾਊਥ ਏਸ਼ੀਅਨ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਭਾਈਚਾਰਾ, ਉਹਦੇ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਜਿਹੜੀ ਘਟਨਾ ਆ ਇਹ ਤੁਹਾਡੇ ਜਿਹੜਾ ਸਾਡਾ ਇਤਿਹਾਸ ਆ ਕੈਨੇਡਾ ਦਾ, ਕਿਉਂਕਿ ਜਦੋਂ ਤੁਸੀਂ ਕਿਸੇ ਮੁਲਕ ਦੇ ਵਿੱਚ ਜਾਂਦੇ ਆ, ਤੁਸੀਂ ਉੱਥੇ ਕੰਮ ਕਰਕੇ ਉੱਥੇ ਰਹਿ ਕੇ ਇਕੱਲੇ ਉਹਦੇ ਨਾਲ ਹੀ ਤੁਸੀਂ ਉਸ ਮੁਲਕ ਦੇ ਵਸਿੰਦੇ ਨਹੀਂ ਬਣਦੇ, ਤੁਸੀਂ ਉਸ ਮੁਲਕ ਦੇ ਜਿਹੜੇ ਕੈਨੇਡੀਅਨ ਜਾਂ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਤੁਸੀਂ ਕੈਨੇਡੀਅਨ ਇਸ ਢੰਗ ਨਾਲ ਬਣਦੇ ਕਿਉਂਕਿ ਤੁਸੀਂ ਉਸ ਜਿਹੜਾ ਦੇਸ਼ ਆ ਉਹਦੇ ਵਿੱਚ ਸਿਆਸਤ ਦੀ ਤੌਰ 'ਤੇ ਪੋਲੀਟੀਕਲ ਤੌਰ 'ਤੇ ਤੁਸੀਂ ਹਿੱਸਾ ਲੈਂਦੇ ਆ ਜਾਂ ਜਿਹੜੀਆਂ ਚੀਜ਼ਾਂ ਨੂੰ ਚੁਣੌਤੀ ਦਿੰਦੇ ਆ। ਸੋ ਜਿਹੜੀ ਕਾਮਾਗਾਟਾ ਮਾਰੂ ਦੀ ਇੰਸੀਡੈਂਟ ਦੀ ਗੱਲ ਹੈ ਜਾਂ ਜਿਹੜਾ ਉਹ ਇਤਿਹਾਸ ਆ, ਉਹ ਸਾਨੂੰ ਇਹ ਦੱਸਦਾ ਹੈ ਕਿ ਜਿਹੜੇ ਸਾਡੇ ਉਸ ਵੇਲੇ ਜਿਹੜੇ ਪਾਇਨੀਅਰ ਸਾਡੇ ਬਜ਼ੁਰਗ ਸੀਗੇ, ਜਿਹੜੇ ਉਸ ਵੇਲੇ ਆਏ ਸੀ, ਉਹਨਾਂ ਨੇ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਨੂੰ ਚੁਣੌਤੀ ਦੇ ਕੇ ਕੈਨੇਡਾ ਨੂੰ ਇੱਕ ਵਧੀਆ ਦੇਸ਼ ਬਣਾਉਣ ਦਾ ਯਤਨ ਕੀਤਾ, ਭਾਵੇਂ ਉਸ ਵੇਲੇ ਉਹ ਕਾਮਯਾਬ ਨਹੀਂ ਹੋਏ। ਪਰ ਇਹ ਸਾਡਾ ਜਿਹੜਾ ਇਤਿਹਾਸ ਆ, ਸਾਡਾ ਜਿਹੜਾ ਵਿਰਸਾ ਆ, ਉਹਦਾ ਇੱਕ ਬੜਾ ਮਹੱਤਵਪੂਰਨ ਹਿੱਸਾ ਹੈ, ਜਿਹੜਾ ਸਾਨੂੰ ਇਹ ਸਿਖਾਉਂਦਾ ਕਿ ਤੁਹਾਨੂੰ ਇਨਸਾਫ ਲਈ ਲੜਨਾ ਚਾਹੀਦਾ, ਤੁਹਾਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਤੁਹਾਨੂੰ ਜਿਹੜਾ ਅਨਜਸਟ ਕਾਨੂੰਨ ਹੈਗਾ ਉਹਨੂੰ ਚੁਣੌਤੀ ਦੇਣ ਲਈ ਤੁਹਾਨੂੰ ਸਟੈਪ ਕਰਨਾ ਚਾਹੀਦਾ। ਜੇ ਉਹਦੇ ਲਈ ਤੁਹਾਨੂੰ ਆਪਣੀ ਜਿਹੜੀ ਕੋਈ ਕੁਰਬਾਨੀਆਂ ਵੀ ਦੇਣੀਆਂ ਪੈਣ, ਉਹ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ।
ਸੋ ਇੱਕ ਉਸ ਵੇਲੇ ਦੀ ਜਿਹੜੀ ਸਾਡੀ ਆਪਣੀ ਕਮਿਊਨਿਟੀ ਦਾ ਜਿਹੜਾ ਇਤਿਹਾਸ ਹੈ, ਜਿਹੜੀ ਉਹਦੀ ਮਹੱਤਵਪੂਰਨ। ਅਤੇ ਤੀਸਰੀ ਗੱਲ ਮੇਰੇ ਖਿਆਲ ਇਹ ਹੈ ਜਿਹੜੀ ਹੁਣ ਜੇ ਆਪਾਂ ਦੇਖਣਾ ਹੋਵੇ ਕੈਨੇਡੀਅਨ ਪਰਸਪੈਕਟਿਵ ਤੋਂ, ਹੁਣ ਜਿਹੜੀ ਪੰਜਾਬੀ ਹਿੰਦੁਸਤਾਨੀ ਕਮਿਊਨਿਟੀ ਆ, ਸਾਊਥ ਏਸ਼ੀਅਨ ਕਮਿਊਨਿਟੀ ਆ, ਉਹ ਕੈਨੇਡਾ ਦਾ ਇੱਕ ਬੜਾ ਅਨਿੱਖੜਵਾਂ ਅੰਗ ਬਣ ਗਈ ਹੈ। ਉਹ ਇਹ ਆ ਵੀ ਜਦੋਂ ਆਪਾਂ ਇਸ ਕਿਸਮ ਦੀਆਂ ਗੱਲਾਂ ਚੇਤੇ ਕਰਦੇ ਤਾਂ ਕਿ ਬਾਅਦ ਹੁਣ ਜਿਹੜਾ ਉਸ ਕਿਸਮ ਦੀ ਘਟਨਾ ਹੁਣ ਨਾ ਵਾਪਰੇ। ਸੋ ਜੇ ਆਪਾਂ ਉਹ ਪੁਰਾਣਾ ਜੋ ਕੁਛ ਵਾਪਰਿਆ ਉਹਨੂੰ ਆਪਾਂ ਯਾਦ ਕਰਾਂਗੇ, ਉਹਦੇ ਤੋਂ ਆਪਾਂ ਸਬਕ ਲਵਾਂਗੇ, ਤਾਂ ਫਿਰ ਆਪਾਂ ਉਹ ਤੋਂ ਸਿੱਖ ਸਕਦੇ ਹਾਂ ਵੀ ਉਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਅੱਗੇ ਨਾ ਵਾਪਰਨ। ਅਤੇ ਤੁਸੀਂ ਇੱਕ ਅੱਜ ਦਾ ਸਮਾਂ ਇੱਕ ਉਹ ਸਮਾਂ ਸੀਗਾ ਜਦੋਂ ਕਿ ਮਤਲਬ ਰੇਸਿਜ਼ਮ ਬਹੁਤ ਸੀਗਾ, ਅਤੇ ਅੱਜ ਦੇ ਸਮੇਂ ਅਤੇ ਉਸ ਸਮੇਂ ਨੂੰ ਕਿੱਦਾਂ ਡਿਫਰੈਂਸ਼ੀਏਟ ਕਰੋਗੇ? ਕੀ ਫ਼ਰਕ ਕੀ ਹੈ? ਅੱਜ ਦੇ ਸਮੇਂ ਜੇ ਆਪਾਂ ਕਾਮਾਗਾਟਾ ਮਾਰੂ ਦੇ ਨਾਲ ਹੀ ਜੋੜ ਕੇ ਦੇਖਣਾ ਹੋਵੇ ਜਾਂ ਉਸ, ਕਿਉਂਕਿ ਜਿਹੜਾ ਕੈਨੇਡਾ ਦਾ ਜੇ ਤੁਸੀਂ ਆਪਾਂ ਇਤਿਹਾਸ ਦੇਈਏ ਜਾਂ ਆਪਾਂ ਜੇ ਕੈਨੇਡਾ ਦੀ ਜਿਹੜੀ ਇੱਕ ਦੇਸ਼ ਵਜੋਂ ਜਿਹੜਾ ਕੈਨੇਡਾ ਹੋਣ ਦੇ ਵਿੱਚ ਆਇਆ ਜਾਂ ਜਿਸ ਢੰਗ ਨਾਲ ਡਿਵੈਲਪ ਹੋਇਆ, ਉਹਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਰੋਲ ਹੈਗਾ ਵੀ ਕਿਹਨੂੰ ਇਹਨਾਂ ਨੇ ਅੰਦਰ ਆਉਣ ਦੇਣਾ, ਕਿਹਨੂੰ ਇਹਨਾਂ ਨੇ ਬਾਹਰ ਰੱਖਣਾ। ਸੋ ਕੈਨੇਡਾ ਦੀ ਜਿਹੜੀ ਵਿਕਾਸ ਆ ਉਹਦੇ ਵਿੱਚ ਇੱਕ ਜਿਹੜਾ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਹਿੱਸਾ ਆ। ਸੋ ਹੁਣ ਜੇ ਆਪਾਂ ਅੱਜ ਦੇ ਜ਼ਮਾਨੇ ਦੇਖੀਏ ਤਾਂ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਜੇ ਆਪਾਂ ਕਾਮਾਗਾਟਾ ਮਾਰੂ ਦੀ ਇੰਸੀਡੈਂਟ ਨੂੰ ਆਪਾਂ ਯਾਦ ਕਰਦੇ ਹਾਂ ਤਾਂ ਆਪਾਂ ਨੂੰ ਕ੍ਰਿਟੀਕਲੀ ਅੱਜ ਨੂੰ ਵੀ ਦੇਖਣਾ ਚਾਹੀਦਾ। ਅੱਜ ਉਸ ਕਿਸਮ ਦਾ ਜਿਹੜਾ ਸਿੱਧਾ ਜਾਂ ਨੰਗਾ ਰੇਸਿਜ਼ਮ ਨਹੀਂ ਹੋ ਰਿਹਾ ਵੀ ਤੁਹਾਨੂੰ ਉੱਤਰ ਨਾ ਦਿੱਤਾ ਜਾਵੇ, ਪਰ ਤਾਂ ਆਪਾਂ ਨੂੰ ਇਹ ਜੋੜ ਕੇ ਦੇਖਣਾ ਪਊਗਾ ਵੀ ਜੇ ਤੁਸੀਂ ਹੁਣ ਦੀਆਂ ਖਬਰਾਂ ਦੇਖਦੇ ਹੋ ਪਿਛਲੇ 5-10 ਸਾਲ ਦੇ ਵਿੱਚ ਜਿਹੜੇ ਗੈਸਟ ਵਰਕਰ ਬਹੁਤ ਗਿਣਤੀ ਵੱਧ ਗਈ ਹੈ ਜਿਹਨਾਂ ਨੂੰ ਇੱਥੇ ਸੱਦਿਆ ਜਾ ਰਿਹਾ। ਸੋ ਐਕਚੁਅਲੀ ਮੈਂ ਇਹ ਸਮਝਦਾ ਹਾਂ ਵੀ ਉਹ ਵੀ ਇੱਕ ਕਾਮਾਗਾਟਾ ਮਾਰੂ ਦੀ ਗੱਲ ਹੈ। ਉਹਨਾਂ ਨੂੰ ਜਿਹੜੇ ਉਸ ਵੇਲੇ 1914 ਦੇ ਵਿੱਚ ਮੁਸਾਫਰ ਆਏ ਸੀ ਉਹਨਾਂ ਨੂੰ ਤਾਂ ਇੱਥੇ ਉੱਤਰ ਨਹੀਂ ਦਿੱਤਾ, ਪਰ ਹੁਣ ਜਿਹੜੇ ਗੈਸਟ ਵਰਕਰ ਆ ਰਹੇ ਆ ਉਹਨਾਂ ਨੂੰ ਇੱਥੇ ਉੱਤਰ ਨਹੀਂ ਦਿੱਤਾ ਜਾਂਦਾ, ਉਹਦਾ ਤੋਂ ਕੰਮ ਕਰਾਇਆ ਜਾਂਦਾ, ਪਰ ਉਹਨਾਂ ਨੂੰ ਸਾਲ ਬਾਅਦ ਕਿਹਾ ਜਾਂਦਾ ਵੀ ਤੁਸੀਂ ਵਾਪਸ ਆਪਣੇ ਮੁਲਕ ਦੇ ਵਿੱਚ ਚਲ ਜਾਓ। ਉਹਨਾਂ ਨੂੰ ਕੋਈ ਸਿਟੀਜ਼ਨਸ਼ਿਪ ਦਾ ਹੱਕ ਨਹੀਂ ਲੈਣ ਦਾ, ਉਹਨਾਂ ਨੂੰ ਇਮੀਗ੍ਰੇਸ਼ਨ ਲੈਣ ਦਾ ਹੱਕ ਨਹੀਂ, ਉਹ ਆਪਣੇ ਬੱਚੇ ਨਹੀਂ ਸੱਦ ਸਕਦੇ। ਸੋ ਬਿਲਕੁਲ ਇਹ ਸੋ ਜੇ ਅੱਜ ਦੇ ਜ਼ਮਾਨੇ ਦੇ ਵਿੱਚ ਦੇਖਿਆ ਵੀ ਮੈਂ ਇਹਨੂੰ ਇਹ ਕੰਪੇਅਰ ਕਰਦਾ ਵੀ ਇਹ ਵੀ ਇੱਕ ਕਾਮਾਗਾਟਾ ਮਾਰੂ ਵਰਗੀ ਇਹ ਸਿਚੁਏਸ਼ਨ ਹੈ ਜਿਹਦੇ ਵਿੱਚ ਉਹਨਾਂ ਨੂੰ ਉੱਤਰ ਤਾਂ ਦਿੱਤਾ ਜਾਂਦਾ ਪਰ ਉਹਨਾਂ ਨੂੰ ਕੋਈ ਵੀ ਹੱਕ ਨਹੀਂ ਦਿੱਤਾ ਜਾਂਦਾ। ਸੋ ਉਸ ਵੇਲੇ ਉਹਨਾਂ ਨੇ ਬੜੇ ਨੰਗੇ ਤੌਰ 'ਤੇ ਇਹ ਕਹਿ ਦਿੱਤਾ ਸੀ ਵੀ ਅਸੀਂ ਤੁਹਾਨੂੰ ਉੱਤਰ ਨਹੀਂ ਦੇਣਾ। ਹੁਣ ਅਸੀਂ ਕਾਨੂੰਨ ਬਣਾ ਕੇ ਇਹ ਕਹਿ ਰਹੇ ਵੀ ਆਓ ਤੁਸੀਂ ਉੱਤਰ ਸਕਦੇ ਆ, ਤੁਸੀਂ ਸਾਡੇ ਲਈ ਕੰਮ ਕਰੋ, ਸਾਡਾ ਜਿਹੜਾ ਮੁਲਕ ਆ ਉਹਨੂੰ ਤੁਸੀਂ ਡਿਵੈਲਪ ਕਰਨ ਦੇ ਵਿੱਚ ਹਿੱਸਾ ਪਾਓ, ਪਰ ਅਸੀਂ ਤੁਹਾਨੂੰ ਸਿਟੀਜ਼ਨਸ਼ਿਪ ਦਾ ਕੋਈ ਅਧਿਕਾਰ ਨਹੀਂ ਦੇਣਾ। ਇੱਕ ਤਾਂ ਹੁਣ ਜਿੱਦਾਂ ਗੱਲ ਹੁੰਦੀ ਹੈ ਕਿ ਇੱਕ ਹਾਦਸਾ ਇੱਕ ਵਾਰੀ ਵਾਪਰ ਗਿਆ ਕਾਮਾਗਾਟਾ ਮਾਰੂ ਦਾ, ਅਸੀਂ ਸਾਰੇ ਉਸ ਬਾਰੇ ਗੱਲ ਕਰ ਲੈਂਦੇ ਹਾਂ ਜਾਂ ਉਹਨੂੰ ਮਤਲਬ ਉਸਦਾ ਜਿਹੜਾ ਸਿਗਨੀਫਿਕੈਂਸ ਹੈਗਾ ਤੁਹਾਡੇ ਖਿਆਲ ਨਾਲ ਕਿ ਉਹ ਅੱਜ ਦੀ ਜਨਰੇਸ਼ਨ ਦੇ ਵਿੱਚ ਮੌਜੂਦ ਹੈਗਾ, ਜਾਂ ਤੁਸੀਂ ਐਜ਼ ਅ ਪ੍ਰੋਫੈਸਰ ਐਟ UBC ਜਦੋਂ ਲੋਕੀ ਉੱਥੇ ਸਟੂਡੈਂਟਸ ਉੱਥੇ ਕੋਰਸ ਲੈਂਦੇ ਕਿ ਤੁਸੀਂ ਇਸ ਬਾਰੇ ਉੱਥੇ ਪੜ੍ਹਾਉਂਦੇ ਹੈਗੇ ਕਾਮਾਗਾਟਾ ਮਾਰੂ ਦਾ? ਅਸੀਂ ਆਪਣੇ ਜਿਹੜਾ ਕੋਰਸ ਦੇ ਵਿੱਚ ਕਾਮਾਗਾਟਾ ਮਾਰੂ ਜਿਹੜਾ ਉਹਦੇ ਵਿੱਚ ਉਸ ਇੰਸੀਡੈਂਟ ਬਾਰੇ ਗੱਲ ਕਰਦੇ ਹਾਂ, ਉਸ ਇੰਸੀਡੈਂਟ ਬਾਰੇ ਥੋੜ੍ਹਾ ਬਹੁਤਾ ਸਟੂਡੈਂਟਸ ਨੂੰ ਇੰਟਰੋਡਿਊਸ ਕਰਦੇ ਹੈਗੇ ਆ। ਸੋ ਵਿਦਿਆਰਥੀ ਜਾਣਦੇ ਹੈ, ਪਰ ਜੇ ਮੈਂ ਕਮਿਊਨਿਟੀ ਦਾ ਸਾਊਥ ਏਸ਼ੀਅਨ ਕਮਿਊਨਿਟੀ ਦਾ ਜਾਂ ਮੁਕਾਬਲਾ ਕਰਕੇ ਦੇਖਾਂ ਪਿਛਲੇ 25-30 ਸਾਲ ਨਾਲ, ਜਦੋਂ ਅਸੀਂ 1975 ਦੇ ਵਿੱਚ ਮੈਂ ਆਇਆ ਸੀ, ਕਿਉਂਕਿ ਉਸ ਵੇਲੇ ਸ਼ਾਇਦ ਜਿਹੜੀ ਕਮਿਊਨਿਟੀ ਸੀਗੀ ਇੱਕ ਤਾਂ ਕਾਮਾਗਾਟਾ ਮਾਰੂ ਦੀ ਘਟਨਾ ਵਾਪਰੀ ਨੂੰ ਵੀ ਥੋੜ੍ਹਾ ਸਮਾਂ ਹੋਇਆ ਸੀ। ਉਸ ਵੇਲੇ ਕੁਛ ਲੋਕ ਇੱਥੇ ਸੀਗੇ ਜਿਹੜੇ ਉਸ ਵੇਲੇ ਵੈਨਕੂਵਰ ਦੇ ਵਿੱਚ ਸੀ ਜਦੋਂ ਉਹ ਘਟਨਾ ਵਾਪਰੀ ਸੀ, ਜਾਂ ਜਿਹੜੇ ਉਹ ਤੋਂ ਥੋੜ੍ਹੇ ਚਿਰ ਬਾਅਦ ਆਏ ਸੀ ਜਿਨ੍ਹਾਂ ਨੇ ਉਹ ਗੱਲਾਂ ਸੁਣੀਆਂ ਸੀਗੀਆਂ ਉਸ ਵੇਲੇ, ਜਾਂ ਇਹ ਵੀ ਹੋ ਸਕਦਾ ਕਿਉਂਕਿ ਉਸ ਵੇਲੇ ਕਮਿਊਨਿਟੀ ਜਿਹੜੀ ਆ ਜਿਹੜੇ ਲੋਕ ਸੀ ਉਹ ਆਪ ਰੇਸਿਜ਼ਮ ਇੱਥੇ ਆਪ ਵੀ ਐਕਸਪੀਰੀਅੰਸ ਕਰ ਰਹੇ ਸੀ 1975 ਦੇ ਵਿੱਚ ਵੀ। ਸੋ ਉਸ ਵੇਲੇ ਕਮਿਊਨਿਟੀ ਦੇ ਵਿੱਚ ਜਿਹੜੀ ਕਾਮਾਗਾਟਾ ਮਾਰੂ ਬਾਰੇ ਜਿਹੜੀ ਕੌਨਸ਼ੀਅਸਨੈਸ ਜਾਣਕਾਰੀ ਜਿਹੜੀ ਸੀ ਉਹ ਜ਼ਿਆਦਾ ਸੀ। ਜੇ ਤੁਸੀਂ ਹੁਣ ਦੇਖੋ ਬੇਸ਼ੱਕ ਪਿਛਲੇ ਕੁਝ ਸਾਲਾਂ ਤੋਂ ਕਾਮਾਗਾਟਾ ਮਾਰੂ ਬਾਰੇ ਕਮਿਊਨਿਟੀ ਦੇ ਵਿੱਚ ਗੱਲਬਾਤ ਕਾਫੀ ਹੁੰਦੀ ਰਹੀ ਹੈ, ਪਰ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਲੋਕਾਂ ਨੂੰ ਉਸ ਜਿਹੜੀ ਇਹਦੀ ਸਪਿਰਿਟ ਆ, ਇਹਦੀ ਜਿਹੜੀ ਭਾਵਨਾ ਹੈ ਉਹਦੇ ਬਾਰੇ ਨਹੀਂ ਗਿਆਨ। ਸੋ ਉਹ ਉਸ ਢੰਗ ਨਾਲ ਮਹਿਸੂਸ ਨਹੀਂ ਕਰਦੇ, ਉਹਨਾਂ ਨੂੰ ਇੱਕ ਇਹ ਪੈਸਟ ਦੀ ਘਟਨਾ ਲੱਗਦੀ ਹੈ। ਅਤੇ ਜਿਹੜੀ ਜੇ ਉਸ ਤੋਂ ਅੱਜ ਤੋਂ 30-40 ਸਾਲ ਪਹਿਲਾਂ ਜਾਂ 1975 ਦੀ ਆਪਾਂ ਗੱਲ ਕਰੀਏ, ਉਸ ਵੇਲੇ ਪੈਸਟ ਦੀ ਘਟਨਾ ਲੱਗਦੀ ਸੀ, ਪਰ ਉਸ ਵੇਲੇ
ਜਿਹੜੀ ਕਮਿਊਨਿਟੀ ਸੀ ਪੰਜਾਬੀ ਜਾਂ ਹਿੰਦੁਸਤਾਨੀ ਕਮਿਊਨਿਟੀ ਵੈਨਕੂਵਰ ਦੀ, ਉਹਨਾਂ ਨੂੰ ਇਹ ਲੱਗਦੀ ਸੀ ਵੀ ਤੇ ਸਾਡੀ ਘਟਨਾ ਹੈ ਜਿੱਦਾਂ ਹੁਣੀ ਕੁਛ ਚਿਰ ਪਹਿਲਾਂ ਵਾਪਰੀ ਆ ਤੇ ਅਸੀਂ ਉਹਦੀ ਓਨਰਸ਼ਿਪ। ਸੋ ਇੱਕ ਹੁਣ ਇੱਕ ਡਿਸਟੈਂਟ ਲੱਗਦੀ ਹੈ ਘੱਟੋ ਘੱਟ ਮੇਰੀ ਆਬਜ਼ਰਵੇਸ਼ਨ ਇਹ ਆ ਵੀ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਸਟੂਡੈਂਟਸ ਦੇ ਵਿੱਚ ਵੀ ਇੱਕ ਡਿਸਟੈਂਸ ਲੱਗਦੀ ਆ ਉਹਨੂੰ ਅਪਣਾਉਣ ਦੀ। ਤੇ ਜਦੋਂ ਤੁਸੀਂ ਜਿੱਦਾਂ ਤੁਸੀਂ ਦੱਸਿਆ ਤੁਸੀਂ ਇੱਥੇ ਅਰਲੀ ਏਜ ਦੇ ਵਿੱਚ ਆਏ ਸੀਗੇ, ਜ਼ਾਹਿਰ ਦੀ ਗੱਲ ਤੁਸੀਂ ਮਤਲਬ ਕਿ ਇਸ ਬਾਰੇ ਕੁਝ ਕੰਮ ਕਰਨ ਬਾਰੇ ਸੋਚਿਆ ਕਿ ਤੁਹਾਨੂੰ ਅੰਦਰੋਂ ਕੁਝ ਲੱਗਿਆ ਕਿ ਮੈਨੂੰ ਪੰਜਾਬੀ ਹੋਣ ਦੇ ਨਾਤੇ ਕੋਮਾਗਾਟਾ ਮਾਰੂ ਦੇ ਉੱਪਰ ਕੁਝ ਕੰਮ ਕਰਨਾ ਚਾਹੀਦਾ? ਹਾਂ, ਜਦੋਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਦੋਂ ਮੈਂ ਇੱਥੇ ਆ ਕੇ ਇੱਥੇ ਜਿਹੜੇ ਇੱਥੇ ਦੇ ਲੇਖਕ ਸਭਾ ਸੀ, ਲੇਖਕ ਗਰੁੱਪ ਸੀ, ਉਹਦੇ ਵਿੱਚ ਮੈਂ ਜਾਣ ਲੱਗ ਪਿਆ ਅਤੇ ਉੱਥੇ ਸਾਡੇ ਇੱਕ ਦੋਸਤ ਹੁੰਦੇ ਸੀ ਅਜਮੇਰ ਰੋਡੇ, ਉਹ ਕਵੀ ਵੀ ਆ ਅਤੇ ਉਹ ਨਾਟਕਕਾਰ ਵੀ ਆ। ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਇੱਕ ਨਾਟਕ ਲਿਖਿਆ ਸੀ ਕਾਮਾਗਾਟਾ ਮਾਰੂ ਦੇ ਉੱਤੇ, ਅਤੇ ਉਹ ਨਾਟਕ ਜਦੋਂ ਇੱਥੇ ਸਟੇਜ ਕੀਤਾ ਗਿਆ ਪੰਜਾਬੀ ਕਮਿਊਨਿਟੀ ਦੇ ਵਿੱਚ, ਅਸੀਂ ਸਾਰੇ ਉਹਨੂੰ ਦੇਖਣ ਗਏ ਅਤੇ ਸੋ ਉਹਦੇ ਨਾਲ ਜਿਹੜੀ ਅਵੇਅਰਨੈਸ ਸੀ ਕਾਮਾਗਾਟਾ ਮਾਰੂ ਦੀ ਕਮਿਊਨਿਟੀ ਦੇ ਵਿੱਚ ਹੋਰ ਵਧੀ। ਅਤੇ ਉਸੇ ਵੇਲੇ ਜਿਹੜਾ ਮੇਰੇ ਖਿਆਲ ਉਹਨਾਂ ਦਿਨਾਂ ਵਿੱਚ ਮੈਨੂੰ ਯਾਦ ਨਹੀਂ, ਸ਼ਾਇਦ ਜਿਹੜਾ ਇੱਕ ਇੰਗਲਿਸ਼ ਰਾਈਟਰ ਸੀ ਸ਼ੈਰਨ ਪੋਲਕ, ਉਹਨਾਂ ਦਾ ਵੀ ਇੱਕ ਪਲੇ ਜਿਹੜਾ ਵੱਡੇ ਲੈਵਲ ਦੇ ਉੱਤੇ ਅੰਗਰੇਜ਼ੀ ਕਮਿਊਨਿਟੀ ਦੇ ਵਿੱਚ ਇੰਗਲਿਸ਼ ਦੇ ਵਿੱਚ ਵੈਨਕੂਵਰ ਵਿੱਚ ਹੋਇਆ ਸੀਗਾ ਕਾਮਾਗਾਟਾ ਮਾਰੂ 'ਤੇ। ਸੋ ਉਹਦੀ ਵੀ ਕਮਿਊਨਿਟੀ ਦੇ ਵਿੱਚ ਕਾਫੀ ਚਰਚਾ ਸੀਗੀ। ਫਿਰ 1989 ਦੇ ਵਿੱਚ ਇਸ ਵੇਲੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ 75 ਸਾਲ ਹੋਏ ਸੀਗੇ। ਉਸ ਵੇਲੇ ਕਮਿਊਨਿਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ 75th ਐਨੀਵਰਸਰੀ ਕਾਮਾਗਾਟਾ ਮਾਰੂ ਦੀ ਮਨਾਈ ਗਈ। ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਉਹਦੇ ਬਾਰੇ ਕੰਮ ਕੀਤਾ ਆਪਣੇ ਥਾਂ 'ਤੇ ਜਿਸ ਕਰਨਾ। ਅਤੇ ਉਸ ਵੇਲੇ ਮੈਂ ਸਾਧੂ ਬੇਨਿੰਗ ਅਤੇ ਹੋਰ ਲੋਕ ਅਸੀਂ ਇੱਥੇ ਇੱਕ ਤਾਂ ਮੈਗਜ਼ੀਨ ਕੱਢਦੇ ਹੁੰਦੇ ਸੀ ਜਿਹਦਾ ਨਾਮ ਵਤਨ ਸੀਗਾ, ਅਤੇ ਦੂਸਰਾ ਅਸੀਂ ਸਾਡਾ ਇੱਕ ਥੀਏਟਰ ਗਰੁੱਪ ਸੀ ਵੈਨਕੂਵਰ 7। ਸੋ ਅਸੀਂ ਉਸ ਵੇਲੇ ਇੱਕ ਜਿਹੜੀਆਂ ਵੈਨਕੂਵਰ ਪਬਲਿਕ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਫੋਟੋਆਂ ਸੀਗੀਆਂ ਉਸ ਵੇਲੇ ਦੀਆਂ ਕਾਮਾਗਾਟਾ ਮਾਰੂ ਦੀਆਂ, ਉਹਨਾਂ ਨੂੰ ਉੱਥੋਂ ਜਾ ਕੇ ਰਿਸਰਚ ਉਹਨਾਂ ਨੂੰ ਕਢਾ ਕੇ ਅਤੇ ਨਾਲ ਕੁਛ ਥੋੜ੍ਹੀ ਬਹੁਤੀ ਆਰਕਾਈਵਲ ਰਿਸਰਚ ਕਰਕੇ ਅਸੀਂ ਇੱਕ ਤਾਂ ਉਸ ਵੇਲੇ ਕਾਮਾਗਾਟਾ ਮਾਰੂ ਦੇ ਉੱਤੇ ਐਗਜ਼ੀਬਿਸ਼ਨ ਫੋਟੋ ਐਗਜ਼ੀਬਿਸ਼ਨ ਤਿਆਰ ਕੀਤੀ ਜਿਹੜੀ ਕਾਮਾਗਾਟਾ ਮਾਰੂ ਦੀ ਕਹਾਣੀ ਦੱਸਦੀ ਸੀ। ਅਤੇ ਉਹਦੇ ਨਾਲ ਹੀ ਮੈਂ ਤਾਂ ਕਿਉਂਕਿ ਜਿਹੜੀ ਥੀਏਟਰ ਗਰੁੱਪ ਦੀ ਅਸੀਂ ਗੱਲ ਕਰਦੇ ਉਹਦੇ 'ਚ ਜਿਹੜੇ ਉਹਦੇ ਨਾਟਕ ਆ ਸਾਧੂ ਬੇਨਿੰਗ ਅਤੇ ਅਸੀਂ ਐਜ਼ ਏ ਲੇਖਕ ਅਸੀਂ ਲਿਖਦੇ ਹੁੰਦੇ ਸੀ, ਅਤੇ ਬਾਕੀ ਦੂਸਰੇ ਜਿਹੜੇ ਲੋਕ ਸੀਗੇ ਉਹਦੇ ਵਿੱਚ ਮੱਖਣ ਟੁੱਟ ਮੇਰੀ ਵਾਈਫ ਵੀ ਉਹਦੇ 'ਚ ਕੰਮ ਕਰਦੇ ਸੀਗੇ ਅਤੇ ਸਾਧੂ ਦੀ ਵਾਈਫ ਵੀ। ਸੋ ਇਸ ਕਿਸਮ ਦਾ ਜਿਹੜਾ ਗਰੁੱਪ ਉਹ ਉਹਦੇ ਵਿੱਚ ਕੰਮ ਕਰਦੇ ਸੀਗੇ। ਅਤੇ ਅਸੀਂ ਫਿਰ ਉਸ ਵੇਲੇ ਕਾਮਾਗਾਟਾ ਮਾਰੂ ਦੇ ਉੱਤੇ ਇੱਕ ਨਾਟਕ ਲਿਖਿਆ ਉਹਨਾਂ ਦਿਨਾਂ ਦੇ ਵਿੱਚ, ਅਤੇ ਨਾਲ ਦੀ ਨਾਲ ਜਿਹੜਾ ਅਸੀਂ ਮੈਗਜ਼ੀਨ ਕਰਦੇ ਸੀ ਉਹਦਾ ਇੱਕ ਇਸ਼ੂ ਸਪੈਸ਼ਲ ਇਸ਼ੂ ਪੂਰੇ ਦਾ ਪੂਰਾ ਇਸ਼ੂ ਜਿਹੜਾ ਸੀਗਾ ਉਹ ਕਾਮਾਗਾਟਾ ਮਾਰੂ ਦੀ ਹਿਸਟਰੀ ਬਾਰੇ ਉਸ ਵੇਲੇ ਅਸੀਂ ਹੁਣ ਕੱਢਿਆ। ਕੀ ਵੈਸੇ ਤੁਹਾਡੇ ਕੋਲ ਕਾਪੀ ਮੌਜੂਦ ਹੋਏਗੀ ਅਵੇਲੇਬਲ? ਹਾਂ, ਮੇਰੇ ਖਿਆਲ ਉਹਦੀ ਸ਼ਾਇਦ 1-2 ਕਾਪੀਆਂ। ਅਤੇ ਕੀ ਕਮਿਊਨਿਟੀ ਨੇ ਤੁਹਾਨੂੰ ਉਹਦਾ ਕੁਛ ਮਤਲਬ ਸਾਥ ਦਿੱਤਾ ਸੀਗਾ ਜਦੋਂ ਛਪਿਆ? ਹਾਂ, ਜਦੋਂ ਕਿਉਂਕਿ ਉਸ ਵੇਲੇ ਇੱਕ ਤਾਂ ਸਾਰੀ ਕਮਿਊਨਿਟੀ ਦੇ ਵਿੱਚ ਜਿਹੜੀ ਕਿਉਂਕਿ 75th ਐਨੀਵਰਸਰੀ ਮਨਾਈ ਜਾ ਰਹੀ ਸੀ ਅਤੇ ਬਾਕੀ ਸਾਰੀਆਂ ਆਰਗੇਨਾਈਜੇਸ਼ਨ ਹੋਰ ਵੀ ਲੋਕ ਕੰਮ ਕਰ ਰਹੇ ਸੀਗੇ। ਸੋ ਉਸ ਵੇਲੇ ਜਦੋਂ ਅਸੀਂ ਪਹਿਲਾਂ ਫੋਟੋ ਐਗਜ਼ੀਬਿਸ਼ਨ ਅਤੇ ਉਸ ਜਿਹੜਾ ਇਸ਼ੂ ਆ ਉਹਨੂੰ ਅਸੀਂ ਇਕੱਠਾ ਕਮਿਊਨਿਟੀ ਦੇ ਵਿੱਚ ਰਿਲੀਜ਼ ਕੀਤਾ, ਅਤੇ ਉਹਦੇ ਵਿੱਚ ਉਹਨੂੰ ਕਮਿਊਨਿਟੀ ਵੱਲੋਂ ਕਾਫੀ ਵਧੀਆ ਉਹਨੂੰ ਮਹਿਸੂਸ ਕੀਤਾ ਗਿਆ। ਕਿਉਂਕਿ ਇੱਕ ਤਾਂ ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਸੀਗਾ ਵੀ ਇੱਥੇ ਪੰਜਾਬੀ ਦੇ ਵਿੱਚ ਉਸ ਕਿਸਮ ਦੀ ਇਨਫੋਰਮੇਸ਼ਨ ਤੁਸੀਂ ਇੱਕ ਮੈਗਜ਼ੀਨ ਦੇ ਵਿੱਚ ਤੁਹਾਨੂੰ ਮਿਲ ਰਹੀ ਸੀਗੀ। ਸੋ ਉਹਨਾਂ ਨੂੰ ਚੰਗਾ ਲੱਗਾ। ਇਸੇ ਤਰ੍ਹਾਂ ਜਿਹੜੀ ਕਮਿਊਨਿਟੀ ਦੇ ਵਿੱਚ ਅਸੀਂ ਉਹ ਜਿਹੜੀਆਂ ਐਗਜ਼ੀਬਿਸ਼ਨ ਲਾਈ ਉਹ ਇਕੱਲੇ ਵੈਨਕੂਵਰ ਦੇ ਵਿੱਚ ਨਹੀਂ, ਵੈਨਕੂਵਰ ਤੋਂ ਬਾਅਦ ਅਲਬਰਟਾ ਵਗੈਰਾ ਵਿਨੀਪੈਗ ਤੱਕ ਅਸੀਂ ਉਹ ਐਗਜ਼ੀਬਿਸ਼ਨ ਲਾਈ ਅਤੇ ਕਮਿਊਨਿਟੀ ਵੱਲੋਂ ਕਾਫੀ ਵਧੀਆ ਰਿਸਪੌਂਸ ਮਿਲਿਆ। ਅਤੇ ਇਸ ਤੋਂ ਇਲਾਵਾ ਤੁਸੀਂ ਹੋਰ ਮਤਲਬ ਤੁਹਾਡਾ ਲਿਖਣ ਦੇ ਵਿੱਚ ਕਿਸ ਚੀਜ਼ ਖੇਤਰ ਦੇ ਵਿੱਚ ਇੰਟਰਸਟ ਜ਼ਿਆਦਾ? ਮੈਂ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ ਉਸ ਵੇਲੇ ਮੈਂ ਕੁਛ ਥੋੜ੍ਹੀ ਜਿਹੀਆਂ ਕਹਾਣੀਆਂ ਲਿਖੀਆਂ ਅਤੇ ਕੁਛ, ਪਰ ਅੱਜ ਕੱਲ੍ਹ ਮੈਂ ਜ਼ਿਆਦਾ ਵਾਰਤਕ ਨੋਨ ਫਿਕਸ਼ਨ ਲਿਖ ਰਿਹਾ ਹਾਂ। ਅਤੇ ਪਿਛਲੇ ਕੁਝ ਸਾਲਾਂ ਤੋਂ ਮੈਂ ਇਨਵਾਇਰਮੈਂਟ ਬਾਰੇ ਲਿਖ ਰਿਹਾ, ਉਹਦੇ ਵੱਖਰੇ ਪਹਿਲੂਆਂ ਦੇ ਉੱਤੇ, ਇਨਵਾਇਰਮੈਂਟ ਦੇ ਇਸ਼ੂ ਦੇ ਉੱਤੇ ਪੰਜਾਬੀ ਦੇ ਵਿੱਚ। ਜੇ ਵੈਸੇ ਆਪਾਂ ਜੇ ਲੋਕੀ ਮਤਲਬ ਕਹਿਣਾ ਹੋਵੇ ਕਿ
ਸੁਖਵੰਤ ਹੁੰਡਲ ਦਾ ਇੱਕ ਡੇ ਇਨ ਲਾਈਫ ਜਿੱਦਾਂ ਮਤਲਬ ਇੱਕ ਦਿਨ ਕਿੱਦਾਂ ਤੁਸੀਂ ਮਤਲਬ ਬਿਆਨ ਕਰੋਗੇ? ਬੇਸਿਕਲੀ ਜਿਹੜਾ ਤਾਂ ਕੰਮ ਦਾ ਹੁੰਦਾ, ਜਿਹੜਾ ਪੜ੍ਹਾਉਣ ਦਾ ਹੁੰਦਾ, ਉਹ ਤਾਂ ਪੜ੍ਹਾਉਣ ਦਾ ਹੁੰਦਾ। ਉਹ ਤੋਂ ਬਿਨਾਂ ਜਿਹੜਾ ਦਿਨ ਹੈਗਾ ਮੇਰਾ ਆਮ ਤੇ ਸਵੇਰ ਉੱਠ ਕੇ 8 ਵਜੇ ਇੱਕ ਅੱਧਾ ਘੰਟਾ ਥੋੜ੍ਹੀ ਬਹੁਤੀ ਚਾਹ ਚੁ ਪੀ ਕੇ ਜਾਂਦਾ ਅਖਬਾਰ ਅਖੂਰ ਦੇਖ ਕੇ, ਉਹ ਤੋਂ ਬਾਅਦ 3-4 ਘੰਟੇ ਮੇਰਾ ਪੜ੍ਹਨ ਦਾ ਹੁੰਦਾ, ਲਿਖਣ ਦਾ ਹੁੰਦਾ, ਅਤੇ ਉਸ ਤੋਂ ਬਾਅਦ ਸੈਰ ਸੂਰ ਕਰਨਾ, ਵਾਪਸ ਆ ਕੇ ਫਿਰ ਕਿਉਂਕਿ ਮੈਂ ਅੱਜ ਕੱਲ੍ਹ ਜਿਹੜਾ ਤੁਸੀਂ ਆਪਣਾ ਫੁੱਲ ਟਾਈਮ ਪੜ੍ਹਾਉਣ ਦਾ ਕੰਮ ਕਰਦੇ ਹਾਂ, ਉਹਦੇ 'ਚ ਕਾਫੀ ਟਾਈਮ ਲੱਗ ਜਾਂਦਾ। ਪਰ ਜਦੋਂ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਆਉਂਦੀਆਂ ਤਕਰੀਬਨ ਉਹਦੇ ਵਿੱਚ ਮੈਂ 8-9 ਘੰਟੇ ਸਿਰਫ ਲਿਖਣ 'ਤੇ ਹੀ ਲਾਉਣਾ। ਅਤੇ ਵੈਸੇ ਗੱਲਾਂ ਤਾਂ ਬਹੁਤ ਹੈਗੀਆਂ ਕਰਨ ਲਈ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪਰ ਤੁਸੀਂ ਸਾਨੂੰ ਮੈਸੇਜ ਦੇਣਾ ਚਾਹੋਗੇ? ਕਿਉਂਕਿ ਤੁਸੀਂ ਹੁਣ ਜਿਹੜਾ ਪ੍ਰੋਜੈਕਟ ਹੈ ਤੁਸੀਂ ਕਾਮਾਗਾਟ ਮਾਰੂ 'ਤੇ ਕਰ ਰਹੇ ਹੋ, ਅਤੇ ਕਾਮਾਗਾਟ ਮਾਰੂ ਦੀ ਜਿਹੜੀ ਐਨੀਵਰਸਰੀ ਵੀ ਆ ਰਹੀ ਹੈ ਅਗਲੇ ਸਾਲ 100ਵੀਂ 100 ਸਾਲ ਹੋ ਜਾਣੇ ਆ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਤੁਸੀਂ ਜਿਹੜਾ ਨੌਜਵਾਨ ਲੋਕ ਆ ਉਹਨਾਂ ਨੂੰ ਜਿਹੜੀ ਇਹ ਹਿਸਟਰੀ ਆ ਇਹਨੂੰ ਸਮਝਣਾ ਚਾਹੀਦਾ। ਪਰ ਮੇਰਾ ਇਹ ਮੈਂ ਜਦੋਂ ਹਿਸਟਰੀ ਬਾਰੇ ਸੋਚਦਾ, ਹਿਸਟਰੀ ਜਿਹੜੀ ਹੈ ਤਾਂ ਉਹਨੂੰ ਇਸ ਢੰਗ ਨਾਲ ਨਾ ਹੋਵੇ ਵੀ ਤੁਸੀਂ ਉਹਨੂੰ ਸੈਲੀਬ੍ਰੇਟ ਕਰ ਲਿਆ ਜਾਂ ਉਹਨੂੰ ਯਾਦ ਕਰ ਲਿਆ, ਕਿਉਂਕਿ ਉਹਦਾ ਕੋਈ ਮਤਲਬ ਨਹੀਂ। ਉਹ ਤਾਂ ਇੱਕ ਕਿਸਮ ਦਾ ਮੱਥਾ ਟੇਕਣ ਵਾਲੀ ਗੱਲ ਹੋ ਜਾਂਦੀ। ਜੇ ਤੁਸੀਂ ਗੱਲ ਹੈਗੀ ਵੀ ਉਹਦਾ ਜਿਹੜੇ ਅੱਜ ਦੇ ਕੌਨਟੈਕਸਟ ਦੇ ਵਿੱਚ ਉਹਦਾ ਕੀ ਮਤਲਬ ਹੈ, ਉਸ ਨੂੰ ਜਿਵੇਂ ਮੈਂ ਮਾਈਗ੍ਰੈਂਟ ਵਰਕਰਸ ਦੀ ਗੱਲ ਕੀਤੀ, ਗੈਸਟ ਵਰਕਰਸ ਦੀ ਗੱਲ ਕੀਤੀ ਹੈ, ਕੀ ਤੁਸੀਂ ਉਹਦੇ ਨਾਲ ਉਹਨੂੰ ਜੋੜ ਕੇ ਦੇਖਣਾ ਚਾਹੀਦਾ ਵੀ ਤੁਹਾਡਾ ਕੀ ਰੋਲ ਹੈ। ਕਿਉਂਕਿ ਹੁਣ ਜਿਹੜੇ ਉਸ ਵੇਲੇ ਤਾਂ ਜਿਹੜੀ ਭਾਰਤੀ ਕਮਿਊਨਿਟੀ ਸੀਗੀ ਉਹ ਇੱਕ ਕਿਸਮ ਦੀ ਆਊਟਸਾਈਡਰ ਕਮਿਊਨਿਟੀ ਸੀ, ਵੀ ਅਸੀਂ ਇਹ ਕਹਿ ਸਕਦੇ ਹਾਂ ਸਾਨੂੰ ਗੋਰਿਆਂ ਨੇ ਇੱਥੇ ਅੰਦਰ ਨਹੀਂ ਆਉਣ ਦਿੱਤਾ। ਪਰ ਹੁਣ ਅਸੀਂ ਜਿਹੜੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਆ, ਹਿੰਦੁਸਤਾਨੀ ਭਾਈਚਾਰੇ, ਅਸੀਂ ਆਪ ਕੈਨੇਡਾ ਦਾ ਪਾਰਟ ਆ। ਅਸੀਂ ਕੈਨੇਡਾ ਨੂੰ ਜਿਸ ਕਿਸਮ ਦੀ ਵੀ ਡਾਇਰੈਕਸ਼ਨ ਕੈਨੇਡਾ ਲੈ ਰਿਹਾ ਸੀ ਉਹਨੂੰ ਸ਼ੇਪ ਕਰਨ ਦੇ ਵਿੱਚ ਹਿੱਸਾ ਪਾ ਰਹੇ ਹਾਂ। ਸੋ ਸਾਨੂੰ ਉਹ ਜਿਹੜਾ ਸਵਾਲ ਆ ਆਪਣੀ ਇਸ ਹਿਸਟਰੀ ਤੋਂ, ਜਦੋਂ ਕਿਸੇ ਗੈਸਟ ਵਰਕਰ ਦੇ ਨਾਲ ਕੋਈ ਵਧੀਕੀ ਹੁੰਦੀ ਜਾਂ ਇਮੀਗ੍ਰੇਸ਼ਨ ਦੇ ਕੋਈ ਨਾਮਕ ਕਾਨੂੰਨ ਬਣਦਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਅਸੀਂ ਸਿਟੀਜ਼ਨਸ਼ਿਪ ਕਿਸੇ ਨੂੰ ਦੇਣੀ ਹੈ ਜਾਂ ਕਿਸ ਤੋਂ ਲੈ ਲੈਣੀ ਆ, ਉਸ ਵੇਲੇ ਸਾਨੂੰ ਇਸ ਆਪਣੀ ਹਿਸਟਰੀ ਤੋਂ ਸਬਕ ਲੈ ਕੇ ਇਹ ਸੋਚਣਾ ਚਾਹੀਦਾ ਵੀ ਅਸੀਂ ਕੀ ਕਰ ਸਕਦੇ ਹਾਂ। ਇਹ ਜਿਹੜਾ ਸਵਾਲ ਆ, ਜੇ ਤੁਸੀਂ ਇਹ ਨਹੀਂ ਸੋਚਦੇ ਫਿਰ ਤੁਸੀਂ ਮੇਰੇ ਖਿਆਲ ਦੇ ਵਿੱਚ ਹਿਸਟਰੀ ਨੂੰ ਯਾਦ ਕਰਨ ਦਾ ਕੋਈ ਮਤਲਬ ਨਹੀਂ। ਗੱਲ ਹੈਗਾ ਵੀ ਉਹ ਤੋਂ ਸਿੱਖ ਕੇ ਤੁਸੀਂ ਉਹਦੇ ਜਿਹੜੇ ਅੱਜ ਕੀ ਉਹਨੂੰ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਅੱਜ ਦੀ ਸਿਚੁਏਸ਼ਨ ਦੇ ਵਿੱਚ। ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੱਥੇ ਆ ਕੇ ਇੰਟਰਵਿਊ ਕਰਨ ਦਾ ਮੌਕਾ ਦਿੱਤਾ। ਜਦੋਂ ਕਾਮਾਗਾਟ ਮਾਰੂ ਤੇ ਗੁਰਦਿੱਤ ਸਿੰਘ ਨੇ ਜਿਵੇਂ ਲੈਟਰ ਲਿਖੀ ਹੋਣੀ ਗਵਰਨਮੈਂਟ ਨੂੰ, ਉਦੋਂ ਉਹਨਾਂ ਨੇ ਐਕਨੋਲੇਜ ਨਹੀਂ ਕੀਤੀ ਸੀਗੀ। ਪਰ ਜਿਵੇਂ ਹੁਣ ਤੁਸੀਂ ਹੁਣ ਬੁੱਕਸ ਲਿਖਦੇ ਹੋ, ਲੋਕ ਤੁਹਾਡੀ ਬੁੱਕਸ ਪੜ੍ਹਦੇ ਨੇ, ਅਤੇ ਜਿਵੇਂ ਹਾਈ ਸਕੂਲ 'ਚ ਵੀ ਹੁਣ ਪੰਜਾਬੀ ਹੋ ਗਈ ਅਤੇ UBC ਵੀ ਪੰਜਾਬੀ ਹੈ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਵੇਂ ਉਦੋਂ ਆਪਣੀ ਲੈਟਰਸ ਨੂੰ ਵੀ ਉਹਨਾਂ ਨੇ ਮਤਲਬ ਐਕਨੋਲੇਜ ਨਹੀਂ ਕੀਤਾ ਸੀ ਅਤੇ ਹੁਣ ਇਹ ਪੰਜਾਬੀ ਲੈਂਗੁਏਜ ਨੂੰ ਵੀ ਐਕਨੋਲੇਜ ਕਰਨਾ ਸ਼ੁਰੂ ਕਰ ਰਹੇ ਨੇ? ਨੋ, ਇਹ ਮੇਰੇ ਖਿਆਲ ਹੈ ਜਿਹੜੀ ਇਹ ਆਪਾਂ ਨੂੰ ਦੱਸਦੀ ਹੈ ਵੀ ਜਿਹੜਾ ਕੈਨੇਡਾ ਜਿਹੜਾ ਸਫ਼ਰ ਹੈ ਉਹ ਕਿੱਥੋਂ ਕਿੱਥੇ ਆਇਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਸ ਵੇਲੇ ਜਦੋਂ ਗੁਰਦਿੱਤ ਸਿੰਘ ਹੋਣੀ ਜਹਾਜ਼ ਦੇ ਵਿੱਚ ਜਾਂ ਦੂਜੇ ਮੁਸਾਫਰਾਂ ਦੇ ਨਾਲ ਬੰਦ ਸੀਗੇ ਤਾਂ ਉਹਨਾਂ ਦੀ ਜਿਹੜੀ ਜਹਾਜ਼ ਦੀਆਂ ਸਿਚੁਏਸ਼ਨ ਸੀ ਉਹਦੇ ਬਾਰੇ ਉਹ ਲਗਾਤਾਰ ਹਰ ਦੂਸਰੇ ਜਾਂ ਤੀਸਰੇ ਦਿਨ ਉਹ ਕੋਈ ਨਾ ਕੋਈ ਟੈਲੀਗ੍ਰਾਮ ਦਿੰਦੇ ਸੀਗੇ ਗਵਰਨਰ ਜਨਰਲ ਨੂੰ ਜਾਂ ਸਰਕਾਰਾਂ ਨੂੰ, ਪਰ ਕਿਸੇ ਨੇ ਵੀ ਉਹਦਾ ਧਿਆਨ ਨਹੀਂ ਦਿੱਤਾ। ਸੋ ਹੁਣ ਜਦੋਂ ਅਸੀਂ ਇਹ ਉਹ ਤੋਂ ਬਾਅਦ ਕੁਛ ਚਿਰ ਜਿਹੜੀ ਇਹ ਕਹਾਣੀ ਦੱਸੀ ਗਈ ਆ, ਜਿਹੜੇ ਗੋਰੇ ਰਾਈਟਰ ਸੀਗੇ, ਜਿਹੜੇ ਕੈਨੇਡੀਅਨ ਰਾਈਟਰ ਸੀ, ਉਹਨਾਂ ਨੇ ਆਪਣੇ, ਪਰ ਹੁਣ ਅਸੀਂ ਆਪ ਇਹ ਕਹਾਣੀ ਆਪਣੇ ਨਜ਼ਰੀਏ ਤੋਂ ਦੱਸ ਰਹੇ ਹਾਂ। ਅਤੇ ਇਹ ਜਿਹੜਾ ਉਹ ਨਜ਼ਰੀਆ ਹੈਗਾ ਸਾਡਾ ਵੱਖਰਾ ਹੋ ਸਕਦਾ ਹੈ ਇੰਡੀਵਿਜੂਅਲ, ਅਤੇ ਜਿਹੜੇ ਲੋਕ ਕੈਨੇਡੀਅਨ ਲੋਕ ਆ ਜਾਂ ਜਿਹੜੇ ਗੋਰੇ ਲੋਕ ਆ ਜਾਂ ਜਿਹੜੇ ਨਾਨ ਪੰਜਾਬੀ ਲੋਕ ਆ ਉਹ ਵੀ ਇਸ ਕਹਾਣੀ ਨੂੰ ਥੋੜ੍ਹੀ ਵਾਰ ਦੱਸ ਰਹੇ ਆ। ਸੋ ਉਹ ਜਿਹੜੇ ਸਾਨੂੰ ਵੱਖਰਾ ਵੱਖਰਾ ਪਰਸਪੈਕਟਿਵ, ਵੱਖਰਾ ਵੱਖਰਾ ਨਜ਼ਰੀਆ ਮਿਲ ਰਿਹਾ ਹੁਣ ਸਾਨੂੰ ਇਸ ਘਟਨਾ ਬਾਰੇ। ਇਹ ਜਿਹੜਾ ਇਸ ਘਟਨਾ ਦੀ ਜਿਹੜਾ ਸਾਡੀ ਜਿਹੜੀ ਕਹਾਣੀ ਆ ਉਹਨੂੰ ਅਮੀਰੀ ਬਖਸ਼ਦਾ, ਉਹਨੂੰ ਅਸੀਂ ਵੱਖ ਵੱਖ ਲਹਿਰਾਂ ਤੋਂ ਦੇਖ ਸਕਦੇ ਹਾਂ। ਅਤੇ ਹਾਂ, ਹੁਣ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਜਿਸ ਵੇਲੇ ਜੇ ਪ੍ਰਾਈਮ ਮਿਨਿਸਟਰ ਨੇ ਕਾਮਾਗਾਟ ਬਾਰੇ ਅਪੋਲੋਜਾਈਜ਼ ਕੀਤਾ, ਪੰਜਾਬੀ ਪੜ੍ਹਾਈ ਜਾ ਰਹੀ ਆ ਵੱਖਰੇ ਵੱਖਰੇ ਇੰਸਟੀਟਿਊਸ਼ਨਸ ਦੇ ਵਿੱਚ, ਅਤੇ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਵੀ ਜਿਹੜਾ ਕੈਨੇਡਾ ਦੇ ਵਿੱਚ ਇੱਕ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਦੀ ਜਿਹੜੀ ਸਫ਼ਰ ਸੀਗਾ ਉਹ ਇੱਕ ਵੱਖਰੇ ਪੜਾਅ 'ਤੇ ਆ।
ਧੰਨਵਾਦ। Yeah. Thank you. Thank you.